ਕਾਂਗਰਸ ਨੂੰ ਠੋਕੋ ਤਾਲੀ ਘਮਾਈ ਫਿਰਦਾ। ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਤਰਕ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਮਿਲ ਗਏ, ਉਹਨਾਂ ਨੇ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਿਆ ਔਰ ਇਹ ਸਾਨੂੰ ਪਤਾ ਸੀ ਤਾਂ ਫਲਾਨਾ ਸੀ ਧਮਕਾ ਸੀ। ਫਿਰ ਉਹਨਾਂ ਨੂੰ ਇੱਕ ਸਵਾਲ ਹੈ ਕਿ ਭਾਜਪਾ ਮੇਰੀ ਮਾਂ ਹੈ, मेरी जननी है, मेरा स्वाभिमान है, मेरी पहचान है। मेरी माँ के पीठ में जो छुरा घोंपेगा उसको वोट देने वाला गौ मांस के बराबर खाने के बराबर अपराध करेगा, गुनाह करेगा। जे सुखजिंदर सिंह रंधावा ਕੈਪਟਨ ਸਾਹਿਬ ਦੇ ਉੱਤੇ ਹਮਲਾ ਬੋਲ ਰਹੇ ਨੇ ਤਾਂ ਠੋਕੋ ਤਾਲੀ ਦਾ ਭਾਜਪਾ ਚੋਂ ਆਇਆ ਹੈ ਤੇ ਭਾਜਪਾ ਉਹਦੀ ਮਾਂ ਹੈ, ਉਹਦੀ ਜਨਨੀ ਹੈ, ਉਹਦਾ ਸਵਾਭਿਮਾਨ ਹੈ, ਉਹਦੀ ਪਹਿਚਾਨ ਹੈ। ਠੋਕੋ ਤਾਲੀ ਕੱਲ ਵੀ ਭਾਜਪਾ ਹੀ ਸੀ, ਠੋਕੋ ਤਾਲੀ ਅੱਜ ਵੀ ਭਾਜਪਾ ਹੀ ਹੈ ਤੇ ਠੋਕੋ ਤਾਲੀ ਭਵਿੱਖ ਵਿੱਚ ਵੀ ਭਾਜਪਾ ਹੀ ਰਹੇਗਾ। ਤੇ ਸੁਖਜਿੰਦਰ ਸਿੰਘ ਰੰਧਾਵਾ ਕਿਸ ਆਧਾਰ ਦੇ ਉੱਤੇ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ। ਸਤਿ ਸ਼੍ਰੀ ਅਕਾਲ। HSN TV ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸ਼ੀਤਲ ਠਾਕੁਰ ਚੰਗੇਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਹਰ ਰੋਜ਼ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਹਰ ਰੋਜ਼ ਦੀ ਤਰ੍ਹਾਂ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਮਿਸਟਰ ਬਲਜੀਤ ਸਿੰਘ ਸਰ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ। ਸ਼ੁਕਰੀਆ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਸਰ ਦੇ ਨਾਲ ਜਦੋਂ ਵੀ ਅਸੀਂ ਗੱਲਬਾਤ ਕਰਦੇ ਹਾਂ ਅਹਿਮ ਮੁੱਦਿਆਂ ਦੀ ਤਾਂ ਇੱਕ ਅਲੱਗ ਹੀ એનર્ਜੀ ਆਉਂਦੀ ਹੈ, ਇੱਕ ਅਲੱਗ ਹੀ ਊਰਜਾ ਜਿਹੜੀ ਹੈ ਪੈਦਾ ਹੁੰਦੀ ਹੈ, ਕਿਉਂਕਿ ਬਹੁਤ ਮੁੱਦੇ ਹੁੰਦੇ ਨੇ ਜਿਨ੍ਹਾਂ ਦੇ ਬਾਰੇ ਖਬਰ ਤਾਂ ਪਤਾ ਹੁੰਦੀ ਹੈ ਪਰ ਖਬਰ ਦੇ ਵਿੱਚ ਅਸਲ ਸੱਚ ਕੀ ਹੈ ਉਹ ਬਾਹਰ ਨਿਕਲ ਕੇ ਆਉਂਦਾ ਹੈ। ਸੋ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਉੱਤੋਂ, ਜਿੱਥੇ ਕਿ ਕੱਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ। ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਸਾਡੇ ਸਾਬਕਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੇ ਬਾਰੇ ਕਿਹਾ ਕਿ ਇਹ ਭਾਜਪਾ ਦੇ ਨਾਲ ਪਹਿਲਾਂ ਤੋਂ ਹੀ ਰਲੇ ਹੋਏ ਸਨ, ਹੁਣ ਤਾਂ ਸਿਰਫ ਇਹਨਾਂ ਦੇ ਭੇਤ ਜਿਹੜੇ ਨੇ ਖੁੱਲ ਕੇ ਬਾਹਰ ਆ ਰਹੇ ਨੇ। ਸੋ ਲਗਾਤਾਰ ਉਹਨਾਂ ਨੇ ਜਿਹੜੇ ਆਰੋਪ ਲਗਾਏ ਨੇ ਉਹਨਾਂ ਦੇ ਉੱਤੇ ਕਿ ਇਹ ਭਾਜਪਾ ਦੇ ਨਾਲ ਰਲੇ ਹੋਏ ਨੇ, ਸ਼ੁਰੂ ਤੋਂ ਹੀ ਇਹ ਕਾਂਗਰਸ ਦੇ ਵਿੱਚ ਹੁੰਦੇ ਸਾਰ ਵੀ ਭਾਜਪਾ ਦੇ ਨਾਲ ਇਹਨਾਂ ਦੇ ਜਿਹੜੇ ਤਾਰ ਸਨ ਉਹ ਜੁੜੇ ਹੋਏ ਸਨ। ਤੁਸੀਂ ਇਹਦੇ ਬਾਰੇ ਕੀ ਕਹੋਗੇ? ਸ਼ੀਤਲ ਜੀ, ਇਸ ਹਕੀਕਤ ਨੂੰ, ਸੱਚਾਈ ਨੂੰ ਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਇਸ ਬਿਆਨ ਨੂੰ ਸਮਝਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਅਕਾਲੀ ਦਲ ਬਾਦਲ ਦਾ ਪਿਛੋਕੜ ਹੈ ਜਿਹੜਾ ਉਹਦੇ ਬਾਰੇ ਜਾਣਕਾਰੀ ਹਾਸਲ ਕਰ ਲਈ ਜਾਵੇ। ਆਪ ਨੂੰ ਯਾਦ ਹੋਵੇਗਾ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਅਜੇ ਹੋਇਆ ਨਹੀਂ ਸੀ, ਉਸ ਤੋਂ ਪਹਿਲਾਂ ਆਨੰਦਪੁਰ ਦੇ ਮਤੇ ਨੂੰ ਇੱਕ ਵੱਖਵਾਦੀ ਮਤਾ ਕਹਿ ਕੇ ਭਾਜਪਾਈ ਆਗੂਆਂ ਨੇ ਪ੍ਰਚਾਰਿਆ ਔਰ ਸਿੱਖਾਂ ਨੂੰ ਉਸ ਵੇਲੇ ਇਹ ਡਿਕਲੇਅਰ ਕਰ ਦਿੱਤਾ ਗਿਆ ਕਿ ਇਹ ਦਹਿਸ਼ਤਗਰਦ ਤਨਜ਼ੀਮ ਦਾ ਹਿੱਸਾ ਬਣ ਗਏ ਨੇ। ਉਸ ਵੇਲੇ LK ਅਡਵਾਨੀ ਨੇ ਜਿਹੜੀ ਕਿ ਗੱਲ ਉਹਨਾਂ ਨੇ ਬਾਅਦ ਦੇ ਵਿੱਚ ਆਪਣੀ ਆਟੋਬਾਇਓਗ੍ਰਾਫੀ 'ਚ ਕਹੀ, ਇਹ ਸੀਗਾ ਕਿ ਮੈਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਰਮੰਦਰ ਸਾਹਿਬ ਉੱਪਰ ਫੌਜੀ ਹਮਲਾ ਕਰਨ ਵਾਸਤੇ ਬਹੁਤ ਵਾਰੀ ਮਜਬੂਰ ਕੀਤਾ, ਕਿਹਾ, ਔਰ ਪਾਰਲੀਮੈਂਟ ਦੇ ਅੰਦਰ ਵੀ ਤੇ ਪਾਰਲੀਮੈਂਟ ਦੇ ਬਾਹਰ ਵੀ। ਤੇ ਅਕਾਲੀ ਦਲ ਦਾ ਆਪ ਨੂੰ ਪਤਾ ਹੈ ਕਿ ਭਾਜਪਾ ਦੇ ਨਾਲ 9 ਮਾਸ ਦਾ ਰਿਸ਼ਤਾ, ਔਰ ਇਸ ਸਬੰਧ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰੀ ਕਿਹਾ ਸੀ ਕਿ ਜਦ ਤੱਕ ਮੈਂ ਜ਼ਿੰਦਾ ਉਦੋਂ ਤੱਕ ਇਹ 9 ਮਾਸ ਦਾ ਰਿਸ਼ਤਾ ਖਤਮ ਨਹੀਂ ਹੋ ਸਕਦਾ। ਔਰ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿਹੜੇ ਕਿ ਬਹੁਤ ਪ੍ਰਕਾਂਡ ਕਿਸਮ ਦੇ ਸਿਆਸਤਦਾਨ ਨੇ ਔਰ ਉਹਨਾਂ ਦੀਆਂ ਜਿਹੜੀਆਂ ਰਾਜਨੀਤਿਕ ਕਲਾਬਾਜ਼ੀਆਂ ਨੇ ਉਹਨਾਂ 'ਚ ਕਦੇ ਵੀ ਕੋਈ ਪੇਤਲਾਪਨ ਨਹੀਂ ਵੇਖਿਆ ਗਿਆ। ਉਹ ਜਿਸ ਨਿਸ਼ਾਨੇ ਨੂੰ ਲੈ ਕੇ ਸਿਆਸਤ ਤੁਰਦੇ ਨੇ ਫਿਰ ਉਹਦੇ ਤੇ ਕਾਇਮ ਰਹਿੰਦੇ ਨੇ। ਉਸ ਪਸੇ ਮੰਜ਼ਰ 'ਚ, ਉਸ ਸੰਦਰਭ ਦੇ ਵਿੱਚ, ਉਸ ਕੰਟੈਕਸਟ 'ਚ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉਸ ਬਿਆਨ ਦੀ ਪੁਣਛਾਣ ਕੀਤੀ ਜਾਵੇ ਤਾਂ ਉਹ 9 ਮਾਸ ਦਾ ਰਿਸ਼ਤਾ ਅੱਜ ਵੀ ਖਤਮ ਨਹੀਂ ਹੋਇਆ, ਉਹ ਕਾਇਮ ਹੈ। ਤੁਸੀਂ ਵੇਖਿਆ ਹੋਣਾ ਹੈ ਕਿ ਜਿਹੜੀ ਬਸਪਾ ਹੈ, ਬਹੁਜਨ ਸਮਾਜ ਪਾਰਟੀ ਦੀ ਬੀਬੀ ਮਾਇਆਵਤੀ, ਉਹਨੇ ਕਦੇ ਵੀ ਮੋਦੀ ਜੀ ਦੀ ਕਿਸੇ ਵੀ ਨੀਤੀ ਦੀ ਕਦੇ ਆਲੋਚਨਾ ਨਹੀਂ ਕੀਤੀ। ਤੇ ਬਸਪਾ ਨੂੰ ਇਹ ਸਮਝਿਆ ਜਾਂਦਾ ਕਿ ਬਸਪਾ ਹੈ ਜਿਹੜੀ ਉਹ ਭਾਜਪਾ ਦੀ ਹਮਦਰਦ ਤੇ ਸ਼ੁਭਚਿੰਤਕ ਸਿਆਸੀ ਪਾਰਟੀ ਹੈ ਔਰ ਉਹਦੀ ਸਾਂਝ ਹੁਣ ਕਿਹਦੇ ਨਾਲ ਹੈ? ਅਕਾਲੀ ਦਲ ਨਾਲ। ਔਰ ਭਾਜਪਾ ਬਾਰੇ ਜੋ ਬਿਆਨ ਬੀਬੀ ਹਰਸਿਮਰਤ ਕੌਰ ਬਾਦਲ ਨੇ ਦਿੱਤਾ ਹੈ, ਪਹਿਲਾਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਹ ਪੁੱਛਿਆ ਜਾਵੇ ਕਿ ਤੂੰ ਤਾਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਚ ਖੁਦ ਮੰਤਰੀ ਰਹੀ ਹੈ। ਬਿਲਕੁਲ। ਔਰ ਤੇਰਾ ਉਹਦੇ ਨਾਲ ਕੀ ਮੋਹ ਸੀਗਾ? ਔਰ ਜਦੋਂ ਕਿ ਦੇਸ਼ ਦੇ ਲੋਕ ਇਹ ਸਮਝਦੇ ਨੇ ਕਿ ਭਾਜਪਾ ਹੈ ਜਿਹੜੀ ਇਹ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਿਆਸੀ ਜਮਾਤ ਹੈ ਔਰ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਇੱਕ ਨੁਕਾਤੀ ਏਜੰਡਾ ਹੈ ਕਿ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ। ਹੁਣ ਤੱਕ ਤੁਹਾਨੂੰ ਜਾਗ ਨਹੀਂ ਆਈ, ਹੁਣ ਤੱਕ ਤੁਸੀਂ ਭਾਜਪਾ ਦੀਆਂ ਨੀਤੀਆਂ ਤੇ ਉਹਨਾਂ ਦੇ ਫੈਸਲਿਆਂ ਤੇ ਪਹਿਰਾ ਦਿੰਦੇ ਰਹੇ। ਤੁਸੀਂ ਇਹ ਕਦੇ ਨਾ ਸੋਚਿਆ ਕਿ
ਇਹ ਇੱਕ ਉਹ ਜਮਾਤ ਹੈ ਹੂੰ ਭਾਜਪਾ ਜਿਹਦੇ ਤੇ ਲੋਕ ਇਹ ਕਹਿੰਦੇ ਨੇ ਕਿ ਇਹ ਜਿਹੜੀਆਂ ਘੱਟ ਗਿਣਤੀਆਂ ਨੇ ਦੇਸ਼ ਦੀਆਂ ਹੂੰ ਉਹਨਾਂ ਦੇ ਹਮੇਸ਼ਾ ਹੀ ਇਹ ਖਿਲਾਫ ਭੁਗਤੀ ਹੈ। ਹੂੰ ਔਰ ਤੁਸੀਂ ਵੇਖਿਆ ਹੋਣਾ ਜਦੋਂ ਵੀ ਕਿਤੇ ਕੋਈ ਦੰਗੇ ਹੋਏ ਕਿਸੇ ਹੂੰ। ਵਿਸ਼ੇਸ਼ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ ਹੂੰ ਜਾਂ ਸਾਡੇ ਜਿਹੜੇ ਬਾਕੀ ਮਤਲਬ ਕਮਿਊਨਿਟੀਜ਼ ਨੇ ਹੂੰ ਉਹਨਾਂ ਤੇ ਵੀ ਜ਼ੁਲਮ ਤਸ਼ੱਦਦ ਹੋਇਆ ਹੂੰ ਔਰ ਇਸ ਸਰਕਾਰ ਦੇ ਰਾਜ ਵਿੱਚ ਹੋਇਆ, ਯਾਨੀ ਹੂੰ। ਭਾਜਪਾ ਦੀ ਅਗਵਾਈ ਵਾਲੀ ਸਰਕਾਰ। ਹੂੰ ਤਾਂ ਫਿਰ ਬੀਬੀ ਨੂੰ ਇਹ ਗੱਲ ਕਿਉਂ ਚੁਭਦੀ ਹੈ? ਹੂੰ ਜੇ ਤਾਂ ਅਕਾਲੀ ਦਲ ਬਾਦਲ ਹੂੰ ਭਾਜਪਾ ਦੇ ਨਾਲ ਹੂੰ ਲੰਮੇ ਸਮੇਂ ਤੱਕ ਸਿਆਸੀ ਸਾਂਠ-ਗਾਂਠ ਰੱਖਦਾ ਹੈ ਜੀ ਔਰ ਦਾਅਵਾ ਕਰਦਾ ਕਿ ਸਾਡਾ 9 ਮਾਸ ਦਾ ਰਿਸ਼ਤਾ ਰਿਸ਼ਤਾ ਹੈ ਹੈ। ਔਰ ਉਸ ਜਮਾਤ ਨਾਲ ਹੈ ਹੂੰ ਜਿਸ ਨੇ ਕਿ ਸ਼੍ਰੀ ਹਰਮੰਦਰ ਸਾਹਿਬ ਤੇ ਫੌਜੀ ਹਮਲਾ ਕਰਨ ਵਾਸਤੇ ਹੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬਾਰ-ਬਾਰ ਕਿਹਾ, ਹੂੰ ਪਾਰਲੀਮੈਂਟ ਦੇ ਅੰਦਰ ਵੀ ਕਿਹਾ ਤੇ ਬਾਹਰ ਵੀ ਕਿਹਾ। ਹੂੰ ਇਹੋ ਜਿਹਾ ਗੁਨਾਹ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੀਤਾ। ਹੂੰ ਹੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਆਸੀ ਕੈਰੀਅਰ ਦੇ ਵਿੱਚ ਹੂੰ ਉਸ ਕੈਰੀਅਰ 'ਚ ਉਹਨਾਂ ਨੇ ਕਦੇ ਵੀ ਹੂੰ ਮਤਲਬ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਨਹੀਂ ਜਿਹਦੇ 'ਚ ਕੋਈ ਕੱਟੜਵਾਦ ਝਲਕਦਾ ਹੋਵੇ। ਸੋ ਗੱਲ ਸਾਹਮਣੇ ਇਹ ਆਂਦੀ ਹੈ ਕਿ ਪਹਿਲਾਂ ਤਾਂ ਖੁਦ ਹੀ ਅਕਾਲੀ ਦਲ ਜਿਹੜਾ ਸੀ ਉਹ ਭਾਜਪਾ ਦੇ ਨਾਲ ਕਾਫੀ ਸਾਲ ਤੱਕ ਉਹਨਾਂ ਨੇ ਰਿਸ਼ਤਾ ਨਿਭਾਇਆ। ਇਹ ਰਿਸ਼ਤਾ ਵੀ ਉਦੋਂ ਜਾ ਕੇ ਇਹਨਾਂ ਨੇ ਜਿਹੜਾ ਕਿ ਸਮਾਜਿਕ ਤੌਰ ਤੇ ਡਿਕਲੇਅਰ ਕੀਤਾ ਕਿ ਸਾਡਾ ਹੁਣ ਨਹੀਂ ਹੈ, ਜਦੋਂ ਇਹ ਖੇਤੀ ਕਾਨੂੰਨਾਂ ਦਾ ਜਦੋਂ ਮੁੱਦਾ ਸ਼ੁਰੂ ਹੋਇਆ, ਕਿਉਂਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਹੁਣ ਪੰਜਾਬ ਦੇ ਵਿੱਚ ਜੇ ਅਸੀਂ ਭਾਜਪਾ ਦੇ ਨਾਲ ਲੱਗੇ ਰਹੇ ਤਾਂ ਸ਼ਾਇਦ ਸਾਡਾ ਵੀ ਜਿਹੜਾ ਲੋਕਾਂ ਦੇ ਵਿੱਚ ਇੱਕ ਬੈਠਕ ਹੈ ਉਹ ਖਤਮ ਹੁੰਦੀ ਜਾਏਗੀ, ਕਿਉਂਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਜਿਹੜਾ ਹੈ ਪਹਿਲਾਂ ਹੀ ਭਾਜਪਾ ਦੇ ਕਾਫੀ ਬਰਖਲਾਫ ਹੋ ਗਿਆ ਸੀ। ਇਹ ਉਹੀ ਬੀਬੀ ਹੈ ਨਾ ਹੂੰ ਜਿਹੜੀ ਜਦੋਂ ਆਰਡੀਨੈਂਸ ਆਏ ਤੇ ਬੀਬੀ ਕੁਝ ਨਹੀਂ ਬੋਲੀ। ਹੂੰ ਜਦੋਂ ਪਾਰਲੀਮੈਂਟ ਦੇ ਵਿੱਚ ਉਹ ਆਰਡੀਨੈਂਸਿਸ ਨੂੰ ਹੂੰ ਕਾਨੂੰਨੀ ਜਾਮਾ ਪਹਿਨਾਇਆ ਗਿਆ ਜੀ ਬੀਬੀ ਉਦੋਂ ਕੁਝ ਨਹੀਂ ਬੋਲੀ। ਹੂੰ ਪਰ ਬੀਬੀ ਜਦੋਂ ਕਾਨੂੰਨ ਪਾਸ ਹੋ ਗਏ ਹੂੰ। ਉਸ ਤੋਂ ਬਾਅਦ ਬੀਬੀ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਬੀਬੀ ਨੂੰ ਕਹਿ ਦੇਣਾ ਜਿਹੜੇ ਵੀ ਕੋਈ ਦਰਸ਼ਕ ਸੁਣ ਰਹੇ ਨੇ ਕਿ ਉਹਨੂੰ ਜਰਾ ਇੱਕ ਵਾਰੀ ਸੁਣ ਲਿਆ ਕਰੇ ਹਫ਼ਤੇ ਕੁ ਬਾਅਦ। ਉਹਦੇ 'ਚ ਬੀਬੀ ਕਹਿੰਦੀ ਹੈ ਕਿ ਮੈਂ ਇਹਨਾਂ ਖੇਤੀ ਕਾਨੂੰਨਾਂ ਦੀ ਵਿਰੋਧੀ ਨਹੀਂ ਹਾਂ, ਨਹੀਂ ਹੈ ਜੀ ਇਹ ਜਿਹੜੇ ਵਿਰੋਧ ਕਰ ਰਹੇ ਨੇ ਭ੍ਰਮਿਤ ਨੇ, ਹੂੰ ਇਹ ਸ਼ਬਦ ਵਰਤਦੀ ਆ ਉਹ, ਬਿਲਕੁਲ। ਯਾਨੀ ਇਹ ਗੁੰਮਰਾਹ ਹੋਏ ਲੋਕ ਨੇ। ਹੂੰ ਔਰ ਦੂਜੇ ਪਾਸੇ ਅਕਾਲੀ ਦਲ ਬਾਦਲ ਦਾ ਹੂੰ ਜਿਹੜਾ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ, ਜੀ ਜਦੋਂ ਉਹਨੂੰ ਇੱਕ ਪੱਤਰਕਾਰ ਸਵਾਲ ਕਰਦਾ ਹੈ ਕਿ ਆ ਜਿਹੜੇ ਸਿੰਘੂ ਬਾਰਡਰ, ਟਿਕਰੀ ਬਾਰਡਰ ਤੇ ਗਾਜ਼ੀਪੁਰ ਬਾਰਡਰ ਤੇ ਕਿਸਾਨ ਬੈਠੇ ਨੇ ਹੂੰ 3 ਖੇਤੀ ਕਾਨੂੰਨ ਰੱਦ ਕਰਵਾਉਣ ਜੀ, ਵਾਸਤੇ, ਹੂੰ। ਤੇ ਉਹ ਅੱਗੇ ਕਹਿੰਦਾ ਇਹ ਕਿਸਾਨ ਥੋੜਾ, ਹੂੰ ਇਹ ਤਾਂ ਨਕਸਲੀ ਹੈ। ਅੱਛਾ ਜੀ ਹੂੰ ਇਹ ਕਹਿੰਦਾ ਉਹ ਨਕਸਲੀ ਨੇ। ਹੂੰ ਠੀਕ ਹੈ, ਹੁਣ ਉਹੀ ਨਕਸਲੀ ਇਹ ਕਿਸਾਨ ਬਣ ਗਏ ਨੇ ਹੂੰ ਤੇ ਬਿਲਕੁਲ। ਬੀਬੀ ਹੁਣ ਕਿਸਾਨਾਂ ਦੇ ਹੱਕ 'ਚ ਭੁਗਤਣ ਲੱਗ ਪਈ ਹੈ। ਹੂੰ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ ਕਿ ਮੋਦੀ ਜੀ ਮਤਲਬ ਕਿਸਾਨਾਂ ਦੇ ਖਿਲਾਫ ਜਾ ਹੀ ਨਹੀਂ ਸਕਦੇ। ਇਹ ਸੋ- ਤਿੰਨੇ ਜਾਣੇ ਹੂੰ, ਦੱਬ ਕੇ ਇਹਨਾਂ ਦਾ ਸਮਰਥਨ ਕਰਦੇ ਰਹੇ ਆ, ਦੱਬ ਕੇ ਇਹਨਾਂ ਦੀ ਪੈਰਵੀ ਕਰਦੇ ਰਹੇ ਆ। ਹੂੰ, ਪਰ ਤੁਸੀਂ ਵੇਖੋ ਸ਼ਰਮਨਾਕ ਗੱਲ ਕੀ ਹੈ ਕਿ ਜਿਹੜੇ ਕੱਲ ਤੱਕ ਇਹਨਾਂ ਖੇਤੀ ਕਾਨੂੰਨਾਂ ਦਾ ਹੂੰ, ਹੱਕ ਪੂਰਦੇ ਸੀਗੇ, ਜੀ ਉਹਦਾ ਪੱਖ ਪੂਰਦੇ ਸੀਗੇ, ਹੂੰ। ਅੱਜ ਉਹ ਉਹਨਾਂ ਦੇ ਵਿਰੋਧ 'ਚ ਖੜੇ ਨੇ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿੱਧਰ ਦੀ ਹਵਾ ਵਗਦੀ ਹੈ ਇਹ ਉਧਰ ਨੂੰ ਤੁਰ ਜਾਂਦੇ ਨੇ, ਆਪਣਾ ਤਾਂ ਇਹਨਾਂ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਸਟੈਂਡ ਨਹੀਂ ਹੈ। ਦੇਖੋ ਖੇਤੀ ਕਾਨੂੰਨ ਰੱਦ ਹੋਣਗੇ ਹੂੰ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਨਾਲ ਕੋਈ ਰਿਲੇਸ਼ਨ ਜਿਹੜਾ ਰਾਜਨੀਤਿਕ ਹੈ ਸਮਝੌਤਾ ਹੋਏਗਾ। ਬਿਲਕੁਲ ਹੋਏਗਾ। ਦੂਜੀ ਗੱਲ ਇਹ ਹੈ ਹੂੰ। ਕਿ ਹਰ ਇੱਕ ਬੰਦਾ ਜਿਹੜਾ ਸਿਆਸੀ ਹੁੰਦਾ ਨਾ ਹੂੰ ਉਹਦੇ ਆਪਣੇ ਜੀਵਨ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਕਿਸੇ ਇੱਕੋ ਹੀ ਸਿਆਸੀ ਪਾਰਟੀ ਦੇ ਨਾਲ ਲੱਗਿਆ ਰਹੇ। ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਿਆਸੀ ਸਫ਼ਰ ਕਾਂਗਰਸ ਤੋਂ ਸ਼ੁਰੂ ਕੀਤਾ। ਜੀ ਹੂੰ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਸਫ਼ਰ ਅਕਾਲੀ ਦਲ ਤੋਂ ਸ਼ੁਰੂ ਹੁੰਦਾ। ਹੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਰ ਚੋਣ ਦੇ ਨੇੜੇ ਤੇੜੇ ਇਹ ਕਹਿੰਦੇ ਰਹੇ ਕਿ ਜੀ ਇਹ ਇੰਦਰਾ ਗਾਂਧੀ ਨੇ, ਕਾਂਗਰਸ ਨੇ ਸਾਡੇ ਜ਼ਖਮਾਂ ਤੇ ਲੂਣ ਛਿੜਕਿਆ ਸੀਗਾ ਔਰ ਇਸ ਨੂੰ ਅਸੀਂ ਕਦੇ ਮਾਫ ਨਹੀਂ ਕਰ ਸਕਦੇ। ਹੂੰ। ਜਦ ਕਿ ਹਕੀਕਤ ਇਹ ਹੈ ਜੋ ਲੋਕ ਕਹਿੰਦੇ ਨੇ ਹੂੰ ਔਰ ਸੋਸ਼ਲ ਮੀਡੀਆ ਤੇ ਹਜੇ ਪੱਤਰ ਵੀ ਮਤਲਬ ਛਾਇਆ ਹੋਏ ਨੇ ਹੂੰ ਜਿਨ੍ਹਾਂ ਤੋਂ ਇਹ ਸਾਫ਼ ਜ਼ਾਹਿਰ ਹੈ ਕਿ ਆਪਰੇਸ਼ਨ ਬਲੂ ਸਟਾਰ ਦੀ ਸਾਜ਼ਿਸ਼ ਰਚਣ ਦੇ ਵਿੱਚ ਹੂੰ ਇਹ ਨਾਲ ਹੀ- ਬਾਦਲ ਪਰਿਵਾਰ ਦਾ ਹੱਥ ਰਿਹਾ ਹੈ। ਇਹ ਲੋਕ ਕਹਿੰਦੇ ਨੇ, ਹੂੰ ਇਹ ਅਸੀਂ ਨਹੀਂ ਕਹਿੰਦੇ, ਲੋਕ ਕਹਿੰਦੇ। ਲੋਕ ਕਹਿੰਦੇ ਨੇ। ਹੂੰ। ਔਰ ਇੱਕ ਚਿੱਠੀ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਲਿਖੀ ਹੈ ਜਿਹੜੀ ਹੂੰ ਸ਼੍ਰੀਮਤੀ ਇੰਦਰਾ ਗਾਂਧੀ ਦੇ ਹੂੰ, ਪਰਸਨਲ ਸਕੱਤਰ ਦੇ ਨਾਮ ਤੇ, ਜੀ ਉਹਦੇ ਵਿੱਚ ਜੋ ਕੁਝ ਹੈ ਹੂੰ ਉਸ ਹਕੀਕਤ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਨਹੀਂ ਹੋ ਸਕਦਾ। ਦੂਜੀ ਹੂੰ, ਇੱਕ ਹੋਰ ਵੀ ਅਹਿਮ ਗੱਲ ਇਹ ਹੈ ਹੂੰ ਕਿ ਤੁਸੀਂ ਹੁਣ ਸਾਰਾ ਕੁਝ ਕਰ ਰਹੇ ਹੋ, ਜੀ ਤੁਹਾਨੂੰ ਅਮਰਿੰਦਰ ਸਿੰਘ ਤੋਂ ਭਾਜਪਾ ਵਿਖਾਈ ਦਿੰਦੀ ਹੈ ਹੂੰ ਤੇ ਤੁਹਾਡਾ ਰਾਜਨੀਤਿਕ ਸਫ਼ਰ ਹੁਣ ਤੱਕ ਭਾਜਪਾ ਨਾਲ ਹੀ ਚੱਲਿਆ। ਚੱਲਿਆ। ਭਾਜਪਾ ਤੋਂ ਕਦੇ ਦੂਰ ਨਹੀਂ ਹੋਏ। ਬਿਲਕੁਲ ਨਹੀਂ। ਭਾਜਪਾ ਦੀ ਕਿਸੇ ਨੀਤੀ ਦੀ ਤੁਸੀਂ ਕਦੇ ਆਲੋਚਨਾ ਨਹੀਂ ਕੀਤੀ। ਨਹੀਂ ਕੀਤੀ। 3 ਖੇਤੀ ਕਾਨੂੰਨਾਂ ਦੇ ਤੁਸੀਂ ਹੱਕ ਵਿੱਚ ਭੁਗਤਦੇ ਰਹੇ ਹੋ ਹੂੰ ਔਰ ਲੋਕਾਂ ਨੂੰ ਇਹ ਦੱਸਦੇ ਰਹੇ ਹੋ, ਕਿਸਾਨਾਂ ਨੂੰ, ਕਿ ਇਹਦੇ 'ਚ ਕੀ ਹੈ। ਹੂੰ 4 ਗੱਲਾਂ ਨੇ, ਹੂੰ, ਜਿੱਥੇ ਮਰਜ਼ੀ ਜਾ ਕੇ ਆਪਣੀ ਤੁਸੀਂ ਫਸਲ ਵੇਚੋ ਜੀ ਹਿੰਦੁਸਤਾਨ ਦੇ ਵਿੱਚ, ਹੂੰ, ਤੇ ਮੰਡੀ ਸਿਸਟਮ ਹੈ ਜਿਹੜਾ ਉਹ ਆਈ ਚੱਲਦਾ ਰਹੂਗਾ। ਹੂੰ, ਮਤਲਬ ਇਹਨਾਂ ਨੇ ਖੁਦ ਭਾਜਪਾ ਦੀ ਨੀਤੀਆਂ ਤੇ ਫੁੱਲ ਚੜਾਉਂਦਿਆਂ ਲੋਕ ਹੂੰ। ਕਿਸਾਨਾਂ ਨੂੰ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਵੀ ਕੀਤੀ। ਕੀਤੀ ਸੀ ਤੇ ਜੀ। ਜਦੋਂ ਇਹਨਾਂ ਨੂੰ ਇਹ ਲੱਗਿਆ ਹੂੰ ਕਿ ਪੈਰਾਂ ਹੱਥੋਂ
ਪੰਜਾਬ ਖਿਸਕਦਾ ਜਾ ਰਿਹਾ ਹੈ, ਇਹ ਸਿਆਸੀ ਜ਼ਮੀਨ ਖਿਸਕਦੀ ਜਾ ਰਹੀ ਹੈ, ਤਾਂ ਫਿਰ ਮਰਦੀ ਨੇ ਅੱਕ ਚੱਬਿਆ ਤੇ ਇਹਨੂੰ ਬੀਬੀ ਨੂੰ ਅਸਤੀਫਾ ਦੇਣਾ ਪਿਆ ਔਰ ਉਸ ਅਸਤੀਫੇ ਨੂੰ ਇਹ ਹੁਣ ਕੁਰਬਾਨੀ ਵਜੋਂ ਪ੍ਰਚਾਰ ਰਹੇ। ਬਿਲਕੁਲ। ਤੋ ਇਹ ਜਿਹੜੇ ਸਿਆਸੀ ਲੋਕ ਹੁੰਦੇ ਨੇ ਗਿਰਗਟ ਦੀ ਤਰ੍ਹਾਂ ਰੰਗ ਬਦਲਦੇ ਨੇ। ਸੋ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਸਿਰਫ ਇਹੀ ਨਹੀਂ, ਉਹਨਾਂ ਨੇ ਇੱਕ ਦੋ ਗੱਲਾਂ ਹੋਰ ਕੀਤੀਆਂ। ਉਹਨਾਂ ਨੇ ਇਹ ਵੀ ਕਿਹਾ, ਉਹਨਾਂ ਨੇ ਸਾਡੇ ਜਿਹੜੇ ਮੁੱਖ ਮੰਤਰੀ ਚੰਨੀ ਸਾਹਿਬ ਨੇ ਉਹਨਾਂ ਦੇ ਉੱਤੇ ਵੀ ਹਮਲਾ ਕਰਦਿਆਂ ਹੋਇਆਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੰਨੀ ਸਾਹਿਬ ਲਗਾਤਾਰ ਮਿਲੇ ਸਨ। ਉਹਨਾਂ ਦੀਆਂ ਮੁਲਾਕਾਤਾਂ ਤੋਂ ਬਾਅਦ ਹੀ ਜਿਹੜਾ BSF ਦਾ 50 ਕਿਲੋਮੀਟਰ ਤੱਕ ਦਾ ਦਾਇਰਾ ਜਿਹੜਾ ਵਧਿਆ ਹੈ। ਸੋ ਇਹ ਪੂਰਾ ਦਾ ਪੂਰਾ ਖਮਿਆਜ਼ਾ ਉਹਨਾਂ ਦੇ ਸਿਰ ਪਾ ਰਹੇ ਨੇ ਕਿ ਚੰਨੀ ਸਾਹਿਬ ਦੀ ਉਹਨਾਂ ਦਾ ਮੁਲਾਕਾਤ ਹੋਈ ਹੈ, ਜਿਸ ਕਾਰਨ ਚੰਨੀ ਸਾਹਿਬ ਨੇ ਕੇਂਦਰ ਸਰਕਾਰ ਦੇ ਅੱਗੇ ਆਪਣਾ ਅੱਧਾ ਪੰਜਾਬ ਦੇ ਦਿੱਤਾ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ, ਸਿਰਫ ਆਲੋਚਨਾ ਵਾਸਤੇ ਨਹੀਂ ਹੋਣੀ ਚਾਹੀਦੀ। ਉਹਦੇ ਵਾਸਤੇ ਚੰਨੀ ਸਾਹਿਬ ਅਮਿਤ ਸ਼ਾਹ ਨੂੰ ਮਿਲਦੇ ਆ, ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਮਿਲਦੇ ਆ। ਦੋਵਾਂ ਦੇ ਦਰਮਿਆਨ, ਦੋਵਾਂ ਆਗੂਆਂ ਦੀ ਅਮਿਤ ਸ਼ਾਹ ਨਾਲ ਕੀ ਗੱਲ ਹੁੰਦੀ ਹੈ ਇਹਦਾ ਕੋਈ ਰੈਕੋਰਡ ਨਹੀਂ ਹੈ। ਜੇ ਤੁਸੀਂ ਇਹ ਕਹਿ ਰਹੇ ਹੋ ਕਿ ਅਮਿਤ ਸ਼ਾਹ ਨੂੰ ਇਹਨਾਂ ਨੇ ਜਾ ਕੇ ਕਿਹਾ ਜੀ ਤੁਸੀਂ 15 ਕਿਲੋਮੀਟਰ ਦਾ ਘੇਰਾ ਵਧਾ ਕੇ 50 ਕਿਲੋਮੀਟਰ ਕਰ ਦਿਓ, ਤਾਂ ਇਹਦੇ ਵਿੱਚ ਕੋਈ ਇਹਨਾਂ ਨੇ ਦਸਤਾਵੇਜ਼ੀ ਸਬੂਤ ਪੇਸ਼ ਕੀਤਾ ਜਾਂ ਕੋਈ ਆਡੀਓ ਰਿਕਾਰਡਿੰਗ ਪੇਸ਼ ਕੀਤੀ ਕਿ ਆ ਗੱਲਬਾਤ ਹੋ ਰਹੀ ਹੈ, ਜਾਂ ਕੋਈ ਟੈਲੀਫੋਨਿਕ ਵਾਰਤਾ ਸੀ ਜਿਹੜੀ ਉਹ ਟੈਪ ਕੀਤੀ ਗਈ? ਉਹ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਇਹ ਹੈ ਕਿ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਜਿਹੜੇ ਸਿਆਸਤਦਾਨ ਹੁੰਦੇ ਨੇ ਉਹ ਇਹੋ ਜਿਹੇ ਟਕਵਾਂਜ ਚਲਾਉਂਦੇ ਰਹਿੰਦੇ ਨੇ, ਅਜਿਹੇ ਟਕੌਂਸਲੇ ਕਰਦੇ ਰਹਿੰਦੇ ਨੇ ਤਾਂ ਕਿ ਲੋਕਾਂ ਨੂੰ ਐਂ ਲੱਗੇ ਕਿ ਜੀ ਇਹ ਸੱਚ ਬੋਲਦੇ ਨੇ, ਬਾਕੀ ਸਾਰੇ ਝੂਠੇ ਨੇ। ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਦੇ ਨਾਲ ਮਿਲੇ ਨੇ, ਇਹ ਗੱਲ ਤਾਂ ਜ਼ਾਹਿਰ ਹੈ ਕਿ ਉਹਨਾਂ ਨੇ ਖੁਦ ਹੀ ਕਹਿਤਾ ਕਿ ਮੈਂ ਇੱਕ ਵੱਖਰੀ ਸਿਆਸੀ ਪਾਰਟੀ ਬਣਾਉਣ ਜਾ ਰਿਹਾ, ਪਰ ਬਸ਼ਰਤੇ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਹੋਣ ਔਰ ਮੈਂ ਪੰਜਾਬ ਦੇ ਲੋਕਾਂ ਦੀ ਭਲਾਈ ਚਾਹੁੰਦਾ ਔਰ ਜਦ ਤੱਕ ਮੈਂ ਜ਼ਿੰਦਾ ਮੈਂ ਪੰਜਾਬ ਦੇ ਲੋਕਾਂ ਦੀ ਭਲਾਈ ਬਾਰੇ ਹੀ ਸੋਚਦਾ ਰਹਾਂਗਾ। ਸੋ ਇਹੀ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ। ਲਗਾਤਾਰ ਹਰ ਇੱਕ ਸਿਆਸਤਦਾਨ ਆਈ ਕਹਿੰਦਾ ਹੁੰਦਾ, ਭਲਾਈ ਕੋਈ 10% ਕਰਦਾ, ਕੋਈ 20% ਕਰ ਲੈਂਦਾ, ਕੋਈ 50% ਕਰ ਲੈਂਦਾ, ਕੋਈ 5% ਕਰ ਲੈਂਦਾ, ਪਰ ਸਭ ਦੀ ਟੇਕ ਜਿਹੜੀ ਹੁੰਦੀ ਹੈ ਉਹ ਕੁਰਸੀ ਤੇ ਹੁੰਦੀ ਹੈ, ਸੱਤਾ ਤੇ ਹੁੰਦੀ ਹੈ। ਸੱਤਾ ਵੀ ਹੋਣਾ ਕੋਈ ਵੀ ਬੰਦਾ ਜਿਹੜਾ ਉਹ ਮਤਲਬ ਪੰਜਾਬ ਦੀ ਭਲਾਈ ਦੀ ਗੱਲ ਨਹੀਂ ਕਰੂਗਾ, ਉਹ ਤਾਂ ਵੈਸੇ ਵਿਚਾਰਾ ਹਾਰਿਆ ਹੁੰਦਾ। ਉਹ ਜਿਹਨੂੰ 4 ਵੋਟਾਂ ਨਹੀਂ ਪੈਣੀਆਂ ਉਹਨੇ ਪੰਜਾਬ ਦੀ ਭਲਾਈ ਦੀ ਕੀ ਗੱਲ ਕਰਨੀ ਹੈ? ਤੇ ਜਿਹਨੂੰ ਐਂ ਲੱਗਦਾ ਕਿ ਮੈਨੂੰ ਵੋਟਾਂ ਮਿਲਣਗੀਆਂ ਤੇ ਉਹ ਫਿਰ ਇਹ ਜੇ ਦਮਗਜ਼ੇ ਮਾਰਦਾ ਕਿ ਮੈਂ ਜੇ ਆ ਗਿਆ ਤਾਂ ਮੈਂ ਐਂ ਕਰ ਦੂੰਗਾ ਜਾਂ ਮੈਂ ਉਹ ਕਰ ਦੂੰਗਾ। ਜੀ ਬਿਲਕੁਲ ਜੀ। ਸੋ ਇਸੇ ਤਰ੍ਹਾਂ ਹੀ ਇੱਕ ਗੱਲ ਹੋਰ ਸਾਹਮਣੇ ਆਈ, ਖਬਰ ਹੈ, ਹੈਰਾਨੀ ਵਾਲੀ ਵੀ ਹੈ, ਕਿਉਂਕਿ ਦੇਖੋ ਅਸੀਂ ਜਿਨ੍ਹਾਂ ਨੂੰ ਵੀ ਆਪਣੇ ਵਿਧਾਇਕ ਬਣਾਉਂਦੇ ਆ ਜਾਂ ਇਹਨਾਂ ਨੂੰ ਅਹੁਦਿਆਂ ਤੇ ਬਿਠਾਉਂਦੇ ਆ, ਲੋਕਾਂ ਦਾ ਉਹਨਾਂ ਦੇ ਪ੍ਰਤੀ ਇੱਕ ਰਵੱਈਆ ਇਹ ਹੋ ਜਾਂਦਾ ਹੈ ਕਿ ਅਸੀਂ ਇਹਨਾਂ ਤੋਂ ਉਮੀਦ ਰੱਖਦੇ ਹਾਂ ਕਿ ਇਹ ਸਾਡੇ ਭਲੇ ਵਾਸਤੇ ਕੁਝ ਕਰਨ, ਪਰ ਜਦੋਂ ਵਿਧਾਇਕ ਆਪਣਾ ਉਲਟ ਰਵੱਈਆ ਆਮ ਜਨਤਾ ਦੇ ਅੱਗੇ ਪੇਸ਼ ਕਰਨ ਤਾਂ ਮੈਨੂੰ ਲੱਗਦਾ ਕਿ ਕੁਝ ਹੋਰ ਹੀ ਤਸਵੀਰ ਜਿਹੜੀ ਹੈ ਉਹ ਜਨਤਾ ਦੇ ਸਾਹਮਣੇ ਬਣ ਜਾਂਦੀ ਹੈ। ਖਬਰ ਆਈ ਹੈ ਪਠਾਨਕੋਟ ਦੇ ਹਲਕਾ ਭੋਆ ਦੇ ਵਿਧਾਇਕ ਨੇ ਜੋਗਿੰਦਰ ਸਿੰਘ ਜੀ, ਉਹ ਸ਼ਾਇਦ ਇੱਕ ਜਗਰਾਤੇ ਤੇ ਗਏ ਕੁਝ ਦਿਨ ਪਹਿਲਾਂ, ਤੇ ਉੱਥੇ ਇੱਕ ਵਰਕਰ ਹੈ ਹਰੀਸ਼ ਨਾਮ ਦਾ ਵਿਅਕਤੀ, ਜਿਸਨੇ ਉਹਨਾਂ ਨੂੰ ਇਹ ਪੁੱਛਿਆ ਕਿ ਤੁਸੀਂ ਸਾਡੇ ਇਲਾਕੇ ਦੇ ਵਿੱਚ ਕੀ ਤਰੱਕੀ ਦਾ ਕੰਮ ਕੀਤਾ ਹੈ, ਕੀ ਵਿਕਾਸ ਦਾ ਕੰਮ ਕੀਤਾ ਹੈ। ਸੋ ਮੈਨੂੰ ਲੱਗਦਾ ਹੈ ਕੋਈ ਸਵਾਲ ਗਲਤ ਵੀ ਨਹੀਂ ਸੀ। ਹਰ ਇੱਕ ਇਨਸਾਨ ਜਿਹੜਾ ਹੈ ਉਹ ਇਹੀ ਸੋਚਦਾ ਕਿ ਮੈਂ ਜਿਹਨੂੰ ਵੀ ਚੁਣਿਆ ਹੈ ਉਹ ਮੇਰੇ ਇਲਾਕੇ ਦੇ ਵਿੱਚ ਸ਼ਾਇਦ ਕੋਈ ਡਿਵੈਲਪਮੈਂਟ ਕਰੂਗਾ, ਪਰ ਉਹਨਾਂ ਨੇ ਆਪਣਾ ਜਵਾਬ ਨਾ ਦਿੰਦਿਆਂ ਹੋਇਆਂ ਉਸ ਵਿਅਕਤੀ ਦੇ ਮੂੰਹ ਤੇ ਇੱਕ ਚਪੇੜ ਜੜ ਦਿੱਤੀ ਔਰ ਉਸ ਤੋਂ ਬਾਅਦ ਕਾਫੀ ਕਟਾਪਾ ਜਿਹੜਾ ਹੈ ਉਸ ਇਲਾਕੇ ਦੇ ਵਿੱਚ ਹੋਇਆ। ਪੁਲਿਸ ਵਾਲੇ ਵੀ ਵਿੱਚ ਸਨ, ਸੋ ਕਹਿੰਦੇ ਕਾਫੀ ਕੁੱਟਮਾਰ ਹੋਈ ਹੈ। ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਅਗਰ ਇਸ ਤਰੀਕੇ ਦਾ ਰਵੱਈਆ ਜਿਹੜਾ ਹੈ ਸਾਡੇ ਵਿਧਾਇਕ ਹੀ ਸਾਡੇ ਅੱਗੇ ਪੇਸ਼ ਕਰਦੇ ਰਹਿਣਗੇ ਤੇ ਜਨਤਾ ਦੇ ਅੱਗੇ ਕੀ ਤਸਵੀਰ ਪੇਸ਼ ਹੋਏਗੀ? ਦੇਖੋ, ਮੁਲਕ ਦੀ ਸਿਆਸਤ ਦੇ ਵਿੱਚ ਨਾ ਬਹੁਤ ਗਿਣਤੀ ਸਿਆਸਤਦਾਨ ਨੇ ਬੇਸਿਕਲੀ ਗੁੰਡੇ ਨੇ, ਬਦਮਾਸ਼ ਨੇ, ਜਰਾਇਮ ਪੇਸ਼ਾ ਨੇ, ਅਪਰਾਧਿਕ ਪਿਛੋਕੜ ਵਾਲੇ ਨੇ। ਇੱਕ ਸਰਵੇ ਮੁਤਾਬਕ ਜਦੋਂ ਗਠਿਤ ਹੋਈ ਨਾ ਨਵੀਂ ਕੈਬਨਿਟ ਕੇਂਦਰ ਦੀ, ਤਾਂ ਉਹਦੇ 'ਚ ਜ਼ਾਹਿਰ ਹੋਇਆ ਕਿ 42% ਜਿਹੜੇ ਮੰਤਰੀ ਨੇ ਉਹਨਾਂ ਦਾ ਪਿਛੋਕੜ ਅਪਰਾਧਿਕ ਹੈ। ਇਹ ਜਿਹੜਾ ਬੰਦਾ ਹੈ ਜਿਹਨੇ ਇੱਕ ਵਰਕਰ ਦੇ ਸਵਾਲ ਤੇ ਤੈਸ਼ ਆ ਕੇ ਮੰਚ ਤੇ ਉਹਨੂੰ ਬੁਲਾ ਕੇ ਥੱਪੜ ਮਾਰੇ ਨੇ, ਇੱਥੋਂ ਇਹ ਪਤਾ ਲੱਗਦਾ ਕਿ ਉਹਦੀ ਜ਼ਹਿਨੀਅਤ ਹੈ ਜਿਹੜੀ ਉਹ ਗੁੰਡਾਗਰਦੀ ਵਾਲੀ ਹੈ ਜੀ, ਔਰ ਉਹ ਆਪਣੇ ਆਪ ਨੂੰ ਖੱਬੀ ਖਾਨ ਸਮਝਣ ਲੱਗ ਪਿਆ। ਵੈਸੇ ਤਾਂ ਉਹ ਵਿਚਾਰਾ ਗਰੀਬ ਸੀਗਾ, ਬੱਚਾ ਸੀਗਾ, ਪਹਿਲਾਂ ਤਾਂ ਉਹਦੇ ਥੱਪੜ ਮਾਰੇ, ਫਿਰ ਜਿਹੜੇ ਗੁੰਡਾ ਅਨਸਰ ਬਾਕੀ ਸੀ ਪੁਲਿਸ ਵਰਦੀਆਂ ਦੇ ਵਿੱਚ ਉਹਨਾਂ ਨੇ ਫਿਰ ਉਸ ਨੂੰ ਕੁੱਟਿਆ ਔਰ ਘੜੀਸ ਕੇ ਉਹਨੂੰ ਬਾਹਰ ਲੈ ਗਏ। ਪੁਲਿਸ ਤੇ ਸਿਆਸਤਦਾਨ, ਪੁਲਿਸ ਵਿੱਚ ਵੀ ਬਹੁਤ ਗੁੰਡਾ ਅਨਸਰ ਨੇ ਤੇ ਸਿਆਸਤ ਦੇ ਵਿੱਚ ਤਾਂ ਹੈ ਹੀ, ਜਿਹੜਾ ਕਿ ਇਸ ਘਟਨਾ ਤੋਂ ਜ਼ਾਹਿਰ ਹੈ। ਬਿਹਤਰ ਤਾਂ ਇਹੀ ਸੀਗਾ ਕਿ
ਉਹਦੇ ਇੱਕ ਥੱਪੜ ਮਾਰਿਆ ਸੀ ਤੇ ਜੁੱਤੀ ਲਾ ਕੇ ਉਹ ਇੱਕ ਵਾਰੀ ਮੂੰਹ ਤੇ ਮਾਰਦਾ ਉਹਦੇ, ਜਾਂ ਉਹਦੇ ਇੱਕ ਚਪੇੜ ਜੜ ਦਿੰਦਾ ਤਾਂ ਫਿਰ ਉਹਨੂੰ ਸੁਰਤ ਆਉਂਦੀ। ਇੱਕ ਕੈਬਨਿਟ ਮੰਤਰੀ ਜਿਹੜਾ ਕਾਂਗਰਸ ਦਾ ਹੈ, ਉਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਉਹ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦਾ ਆਪਣੇ ਵਿਰੋਧੀਆਂ ਨੂੰ। ਪਹਿਲਾਂ ਅਕਾਲੀਆਂ ਦੇ ਵਿੱਚ ਇੱਕ ਮੰਤਰੀ ਹੁੰਦਾ ਸੀਗਾ, ਬਠਿੰਡੇ ਨਾਲ ਤਾਲੁਕ ਰੱਖਦਾ ਉਹ ਜਦੋਂ ਮੁਲਾਜ਼ਮ ਜਥੇਬੰਦੀਆਂ ਨੇ ਉਹਦੇ ਖਿਲਾਫ ਕੋਈ ਅੰਦੋਲਨ ਸ਼ੁਰੂ ਕੀਤਾ, ਉਹਦੇ ਘਰ ਤੱਕ ਪਹੁੰਚੇ ਤੇ ਉਹਨੇ ਖੁਦ ਫੜ ਕੇ ਉਹਨਾਂ ਦੇ ਚਪੇੜਾਂ ਮਾਰੀਆਂ। ਇੱਥੋਂ ਸਾਫ਼ ਜ਼ਾਹਿਰ ਹੈ ਕਿ ਜਦੋਂ ਬੰਦੇ ਕੋਲੇ ਤਾਕਤ ਆਉਂਦੀ ਹੈ ਤਾਂ ਉਹਦੇ ਨਾਲ ਗੁੰਡਾਗਰਦੀ ਵੀ ਆ ਜਾਂਦੀ ਹੈ, ਉਹਦੇ ਨਾਲ ਬਦਮਾਸ਼ੀ ਵੀ ਆ ਜਾਂਦੀ ਹੈ, ਉਹਦੇ ਨਾਲ ਅਯਾਸ਼ੀ ਵੀ ਆ ਜਾਂਦੀ ਹੈ। ਔਰ ਉਸ ਵੇਲੇ ਦਿਮਾਗ ਦੇ ਵਿੱਚ ਉਹਨਾਂ ਦੇ ਫਤੂਰ ਹੋ ਜਾਂਦਾ ਹੈ ਕਿ ਉਹ ਹੁਣ ਸਰਬ ਕਲਾ ਸਮਰੱਥ ਤੇ ਸਰਬ ਸ਼ਕਤੀਮਾਨ ਨੇ। ਪਰ ਜਦੋਂ ਇਹੋ ਜਿਹੇ ਬੰਦਿਆਂ ਦੇ ਫਿਰ ਲੋਕ ਚਪੇੜਾ ਮਾਰਦੇ ਨੇ ਤੇ ਭਜਾ ਕੇ ਕੁੱਟਦੇ ਨੇ, ਇਹਨਾਂ ਨੂੰ ਫਿਰ ਉਦੋਂ ਹੋਸ਼ ਆਉਂਦੀ ਹੈ। ਇਹ ਬੰਦੇ ਨੇ ਜੋ ਕੁਝ ਵੀ ਕੀਤਾ, ਪਹਿਲੀ ਗੱਲ ਤਾਂ ਇਹ ਹੈ ਕਿ ਇਹਦੇ ਖਿਲਾਫ ਮੁਕੱਦਮਾ ਦਰਜ ਹੋਣਾ ਚਾਹੀਦਾ ਔਰ ਮੁੱਖ ਮੰਤਰੀ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਕਿ ਇਹੋ ਜਿਹੇ ਬੰਦੇ ਨੂੰ ਸਬਕ ਸਿਖਾਉਣ ਵਾਸਤੇ ਕੋਈ ਅਜਿਹੀ ਸਜ਼ਾ ਦਿੱਤੀ ਜਾਵੇ ਕਿ ਜਿਹੜੀ ਇਸ ਨੂੰ ਤਾਂ ਜ਼ਿੰਦਗੀ ਯਾਦ ਰਹੇ। ਤੁਸੀਂ ਇੱਕ ਬੱਚੇ ਨੂੰ ਕੁੱਟਦੇ ਹੋ ਔਰ ਬੱਚੇ ਦਾ ਕਸੂਰ ਹੈ ਕਿ ਉਸਨੇ ਸਵਾਲ ਪੁੱਛ ਲਿਆ ਕਿ ਤੂੰ ਮੇਰੇ ਇਲਾਕੇ 'ਚ ਕੀ ਵਿਕਾਸ ਕੀਤਾ। ਉਹਦਾ ਹੱਕ ਸੀਗਾ ਪੁੱਛਣ ਦਾ। ਉਹਦਾ ਹੱਕ ਹੈ। ਜਿਹੜਾ ਵਿਅਕਤੀ ਜਾਂ ਕੋਈ ਨਾਗਰਿਕ ਉਸ ਖੇਤਰ ਨੂੰ ਨਾਲ ਸੰਬੰਧ ਰੱਖਦਾ ਹੈ, ਜਿਸ ਖੇਤਰ ਨੂੰ ਇਹ ਰਿਪਰੈਜ਼ੈਂਟ ਕਰਦਾ ਵਿਧਾਇਕ, ਤੇ ਜੇ ਉਹਨੇ ਸਵਾਲ ਪੁੱਛ ਲਿਆ ਤਾਂ ਕੀ ਕਿਆਮਤ ਆ ਗਈ ਸੀ। ਬਿਲਕੁਲ। ਤੁਸੀਂ ਕਿਹਦੀ ਜ਼ੁਬਾਨਬੰਦੀ ਕਰੋਗੇ? ਨਾਲੇ ਤੁਸੀਂ ਜਿਸ ਕੁਰਸੀ ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜਵਾਬ ਨਾਲੇ ਥੱਪੜ ਮਾਰ ਕੇ ਤੂੰ ਕੀ ਸਾਬਤ ਕੀਤਾ? ਇਹੀ ਕਿ ਤੇਰੀ ਪਰਵਰਿਸ਼ 'ਚ ਤੇਰੇ ਮਾਂ-ਬਾਪ ਨੇ ਕੋਈ ਕਮੀ ਰੱਖੀ, ਤੇਰੀ ਪਰਵਰਿਸ਼ ਚੰਗੀ ਨਹੀਂ ਹੋਈ, ਤੈਨੂੰ ਉਹਨਾਂ ਨੇ ਸਿਰਫ ਗੁੰਡਾਗਰਦੀ ਸਿਖਾਈ, ਬਦਮਾਸ਼ੀ ਸਿਖਾਈ। ਇਹ ਮਜ਼ਾਰਾ ਹੋਇਆ ਨਾ। ਜਾਂ ਫਿਰ ਜਦੋਂ ਵਿਧਾਇਕ ਬਣ ਗਏ ਤਾਂ ਉਦੋਂ ਤੁਹਾਡੇ ਦਿਮਾਗ ਦੇ ਵਿੱਚ ਗੁੰਡਾਗਰਦੀ ਬਦਮਾਸ਼ੀ ਆ ਗਈ। ਬੱਚੇ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਉਸ ਨੇ ਸਵਾਲ ਪੁੱਛਿਆ। ਥੱਪੜ ਤਾਂ ਵਿਧਾਇਕ ਨੇ ਉਹਦੇ ਮਾਰਤਾ, ਪਰ ਅਸਲ ਵਿੱਚ ਉਸ ਦੀ ਜਿਹੜੀ ਗੰਦੀ ਜ਼ਮੀਰ ਸੀ ਨਾ, ਉਹ ਬਿਲਕੁਲ ਬੇਨਕਾਬ ਹੋ ਗਈ। ਔਰ ਇਹੋ ਜਿਹੇ ਜਿਹੜੇ ਵਿਅਕਤੀ ਸਿਆਸਤ ਦੇ ਵਿੱਚ ਨੇ ਨਾ, ਇਹੀ ਦੇਸ਼ ਦਾ ਤੇ ਉਸ ਸੂਬੇ ਦਾ ਬੇੜਾ ਗਰਕ ਕਰਦੇ ਨੇ ਜਿਸ ਨਾਲ ਇਹ ਸੰਬੰਧਿਤ ਹੁੰਦੇ ਨੇ। ਇਸ ਗੁੰਡਾਗਰਦੀ ਦੇ ਰੁਝਾਨ ਨੂੰ ਠੱਲ ਪਾਉਣ ਵਾਸਤੇ ਜ਼ਰੂਰੀ ਹੈ ਕਿ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇ ਔਰ ਅਜਿਹਾ ਸਬਕ ਦਿੱਤਾ ਜਾਵੇ ਕਿ ਮੁੜ ਕੇ ਕਿਸੇ ਨਾਗਰਿਕ ਨੂੰ ਇਸ ਤਰ੍ਹਾਂ ਉਸ ਤੇ ਤਸ਼ੱਦਦ ਕਰਨ ਦਾ ਹੀਆ ਨਾ ਕਰਨ। ਨਾਲੇ ਬਾਕੀ ਦੇ ਜਿੰਨੇ ਵੀ ਕੋਈ ਹੋਰ ਵੀ ਵਿਧਾਇਕ ਹੈ ਜਿਨ੍ਹਾਂ ਦੇ ਅੰਦਰ ਇਹੋ ਜੀ ਕੋਈ ਭਾਵਨਾ ਹੈਗੀ ਹੈ ਕਿ ਕੱਲ ਨੂੰ ਮੈਨੂੰ ਕੋਈ ਪੁੱਛੇਗਾ ਤੇ ਮੇਰੇ ਕੋਲ ਵੀ ਇੰਨੀ ਪਾਵਰ ਹੈ ਕਿ ਮੈਂ ਚਪੇੜ ਜੜ ਸਕਦਾ, ਤੇ ਉਹਨਾਂ ਦੇ ਵੀ ਜਿਹੜੇ ਕੰਨ ਨੇ ਉਹ ਖੜੇ ਹੋ ਜਾਣ ਕਿ ਨਹੀਂ ਬਈ ਇਹ ਜਨਤਾ ਹੈ, ਜਨਤਾ ਤੁਸੀਂ ਇਹਨਾਂ ਤੋਂ ਹੀ ਵੋਟਾਂ ਲੈ ਕੇ ਜਿਹੜੀ ਕੁਰਸੀ ਅੱਜ ਬੈਠੇ ਹੋ, ਇਹਨਾਂ ਦੀਆਂ ਵੋਟਾਂ ਦੇ ਸਦਕੇ ਤੁਸੀਂ ਬੈਠੇ ਹੋ, ਤੇ ਉਹਨਾਂ ਨੂੰ ਪੂਰਾ ਅਧਿਕਾਰ ਹੈ ਕਿ ਉਹ ਆਪਣੀ ਜਗ੍ਹਾ ਦਾ, ਆਪਣੇ ਵਿਕਾਸ ਬਾਰੇ ਚੰਗੀ ਤਰ੍ਹਾਂ ਤੁਹਾਨੂੰ ਸਵਾਲ ਕਰ ਸਕਦੇ ਨੇ, ਤੇ ਤੁਹਾਡੀ ਵੀ ਪੂਰੀ ਡਿਊਟੀ ਹੈ ਕਿ ਤੁਸੀਂ ਉਹਨਾਂ ਦਾ ਜਵਾਬ ਦਿਓ। ਸੋ ਇਸ ਤੋਂ ਬਾਅਦ ਵੱਧਦੇ ਅਗਲੇ ਮੁੱਦੇ ਦੇ ਵੱਲ। ਅਗਲਾ ਮੁੱਦਾ ਹੈ ਜੀ ਸਾਡੇ ਪੰਜਾਬ ਦੇ ਉਪ ਮੁੱਖ ਮੰਤਰੀ ਜਿਹੜੇ ਨੇ ਤੇ ਕੈਪਟਨ ਸਾਹਿਬ ਦੇ ਬਹੁਤ ਜ਼ਿਆਦਾ ਕਰੀਬੀ ਰਹੇ ਨੇ, ਸੁਖਜਿੰਦਰ ਸਿੰਘ ਰੰਧਾਵਾ ਜੀ। ਉਹਨਾਂ ਨੇ ਭਾਜਪਾ ਦੇ ਨਾਲ, ਉਹਨਾਂ ਨੇ ਕੈਪਟਨ ਸਾਹਿਬ ਦੀ ਜਿਹੜੀ ਖਬਰ ਸੁਣੀ ਹੈ ਕਿ ਕੈਪਟਨ ਸਾਹਿਬ ਨੇ ਕਿਹਾ ਮੈਂ ਨਵੀਂ ਪਾਰਟੀ ਬਣਾਉਂਗਾ ਤੇ ਭਾਜਪਾ ਦੇ ਨਾਲ ਮੈਂ ਤਾਂ ਹੀ ਜੁੜੂੰਗਾ, ਕੋਈ ਰਿਸ਼ਤਾ ਬਣਾਉਂਗਾ ਜੇਕਰ ਤਿੰਨੋਂ ਖੇਤੀ ਕਾਨੂੰਨ ਜਿਹੜੇ ਨੇ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਆ ਜਾਊਗਾ। ਇਸ ਖਬਰ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਸਰ ਜਿੰਨੇ ਵੀ ਕਾਂਗਰਸੀ ਆਗੂ ਨੇ ਨਾ, ਉਹਨਾਂ ਦੇ ਵਿੱਚ ਸ਼ਾਇਦ ਤਹਿਲਕਾ ਹੀ ਮਚ ਗਿਆ ਕਿ ਕੈਪਟਨ ਸਾਹਿਬ ਹੁਣ ਕੀ ਨਵਾਂ ਪੈਂਤੜਾ ਖੋਲਣ ਵਾਲੇ ਨੇ। ਸ਼ਾਇਦ ਕਈ ਵਾਰੀ ਹੁੰਦਾ ਨਾ, ਜਦੋਂ ਅਸੀਂ ਘਬਰਾਹਟ ਵਿੱਚ ਬੁਖਲਾ ਜਾਂਦੇ ਆ, ਫਿਰ ਅਸੀਂ ਪੁੱਠੇ ਬਿਆਨਬਾਜ਼ੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਆ। ਉਹਦੇ ਵਿੱਚ ਹੀ ਜਿਵੇਂ ਕਿ ਬੀਬਾ ਹਰਸਿਮਰਤ ਕੌਰ ਜੀ ਨੇ ਵੀ ਬਿਆਨ ਦਿੱਤਾ ਹੀ ਹੈ। ਸੋ ਏਦਾਂ ਦਾ ਹੀ ਬਿਆਨ ਇੱਕ ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਮੂੰਹੋਂ ਨਿਕਲਿਆ। ਉਹ ਕਹਿੰਦੇ ਜੀ ਪੰਜਾਬ ਨੂੰ ISI ਤੋਂ ਇੰਨਾ ਖਤਰਾ ਨਹੀਂ ਹੈ ਜਿੰਨਾ ਕੈਪਟਨ ਤੋਂ ਖਤਰਾ ਹੈ। ਜਦ ਕਿ ਹੈਰਾਨਗੀ ਵਾਲੀ ਇਹ ਗੱਲ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਬਹੁਤ ਜ਼ਿਆਦਾ ਸਮਾਂ ਜਿਹੜਾ ਹੈ ਕੈਪਟਨ ਸਾਹਿਬ ਦੇ ਨਾਲ ਜੁੜੇ ਰਹੇ ਨੇ, ਕਾਫੀ ਸਮਾਂ ਉਹਨਾਂ ਨੇ ਕੰਮ ਕੀਤਾ ਹੈ, ਤੇ ਅੱਜ ਉਹਨਾਂ ਨੂੰ ਹੀ ਕਹਿ ਰਹੇ ਨੇ ਕਿ ਤੁਹਾਡੇ ਤੋਂ ਹੀ ਪੰਜਾਬ ਨੂੰ ਬਹੁਤ ਖਤਰਾ ਹੈ, ਤੇ ਨਾਲ ਹੀ ਨਾਲ ਉਹਨਾਂ ਨੇ ਮੌਕਾ ਪ੍ਰਸਤ ਜਿਹੜਾ ਹੈ ਕੈਪਟਨ ਸਾਹਿਬ ਨੂੰ ਕਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬੌਖਲਾ ਗਏ ਨੇ ਸਾਰੇ ਦੇ ਸਾਰੇ? ਕੈਪਟਨ ਸਾਹਿਬ ਨੇ ਜਿਹੜਾ ਧਮਾਕਾ ਕੀਤਾ ਨਾ, ਉਸ ਤੋਂ ਇਹਨਾਂ ਨੂੰ ਵੀ ਪਤਾ ਹੈ ਕਿ ਉਸ ਧਮਾਕੇ ਦਾ ਅੰਜਾਮ ਤੇ ਸਿੱਟਾ ਕੀ ਹੋਣ ਵਾਲਾ। ਦੇਖੋ, ਪੰਜਾਬ ਵਿੱਚ ਚੋਣਾਂ 'ਚ ਬਹੁਤ ਥੋੜਾ ਸਮਾਂ ਰਹਿ ਗਿਆ। ਬਿਲਕੁਲ। ਪੰਜਾਬ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਸੱਤਾ ਤੇ ਕਬਜ਼ੇ ਦੀ ਜੰਗ ਲੜ ਰਹੀਆਂ ਨੇ। ਆਮ ਆਦਮੀ ਪਾਰਟੀ ਹੈ, ਇਹ ਉਹ ਪਾਰਟੀ ਹੈ ਜਿਹੜੀ ਆਪਣੇ ਆਪ ਨੂੰ ਬਹੁਤ ਇਮਾਨਦਾਰ ਆਖਦੀ ਹੈ ਤੇ ਜਿਹਨੇ ਅਜੇ ਤੱਕ ਉਹਨਾਂ ਫੰਡਾਂ ਦਾ ਕਦੇ ਜਨਤਾ ਨੂੰ ਹਿਸਾਬ ਨਹੀਂ ਦਿੱਤਾ ਜਿਹੜੇ 2017 ਦੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਵਿਦੇਸ਼ਾਂ 'ਚੋਂ ਇਕੱਠਾ ਕੀਤਾ ਸੀ। ਉਹ ਫੰਡ ਕਿੰਨੇ ਸਨ, ਉਹ ਪੈਸਾ ਕਿੱਧਰ ਗਿਆ, ਉਹ ਪੈਸਾ ਕਿੱਥੇ ਇਸਤੇਮਾਲ ਕੀਤਾ। ਇੱਥੋਂ ਇਹਨਾਂ ਦੀ ਇਮਾਨਦਾਰੀ ਹੈ ਜਿਹੜੀ ਉਹਦੇ ਤੇ ਜਿਹੜਾ ਕਰਜ਼ਾ ਪਿਆ ਸੀ ਉਹ ਚੁੱਕਿਆ ਜਾਂਦਾ ਹੈ। ਔਰ ਲੋਕ ਇਹ ਸਵਾਲ ਕਰਦੇ ਨੇ ਕਿ ਪਹਿਲਾਂ ਆਪਣੀ ਇਮਾਨਦਾਰੀ ਦਾ ਸਬੂਤ ਤਾਂ ਦਿਓ। ਦੂਸਰਾ ਹੈ ਅਕਾਲੀ ਦਲ। ਅਕਾਲੀ ਦਲ ਹੈ ਜਿਹੜਾ ਉਹਨੇ ਜੋ ਹੁਣ ਤੱਕ ਕੀਤਾ ਹੈ ਕਿ ਅਕਾਲੀ ਭਾਜਪਾ ਦੇ ਰਾਜ ਦੇ ਵਿੱਚ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਵਾਂ ਵਾਪਰਦੀਆਂ ਨੇ। ਹੂੰ, ਬਦਮਾਸ਼ ਬਲਾਤਕਾਰੀ ਸਾਧ ਨੂੰ ਸ੍ਰੀ ਅਕਾਲ ਤਖਤ ਤੋਂ ਜਬਰਨ ਮਾਫੀਨਾਮਾ ਦਵਾਇਆ ਜਾਂਦਾ। ਹੂੰ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਹੁੰਦੇ ਨੇ। ਹੂੰ, ਔਰ ਸਾਧ ਦੀ ਪੁਸ਼ਤ ਪਨਾਹੀ ਕਰਨ ਵਾਸਤੇ ਜਦੋਂ ਉਹ ਦਸਮ ਪਾਤਸ਼ਾਹ ਦਾ ਸੁਆਂਗ ਰਚ ਕੇ ਤੇ ਇੱਕ ਬਕੜਵਾਸ ਜਿਹਾ ਨਾਟਕ ਕਰਦਾ ਹੈ, ਹੂੰ, ਤਾਂ ਉਸ ਮੁਕੱਦਮੇ 'ਚੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਸ ਵੇਲੇ ਮੁੱਖ ਮੰਤਰੀ ਨੇ, ਹੂੰ, ਉਹ ਆਪਣੇ ਆਦੇਸ਼ ਰਾਹੀਂ ਉਸ ਨੂੰ ਬਰੀ ਕਰਵਾਉਂਦੇ ਨੇ। ਜੀ, ਇਹ ਤਾਂ ਇਹਨਾਂ ਦੀ ਕਾਰਗੁਜ਼ਾਰੀ ਹੈ, ਹੂੰ, ਜਿਹੜੇ ਆਪਣੇ ਆਪ ਨੂੰ ਪੰਥ ਪ੍ਰਸਤ ਤੇ ਧਰਮ ਦੇ ਠੇਕੇਦਾਰ ਸਮਝਦੇ ਨੇ। ਹੂੰ, ਫਿਰ ਹੈ ਬਸਪਾ। ਹੂੰ, ਬਸਪਾ ਦਾ ਜਦੋਂ ਹਿੰਦੁਸਤਾਨ ਵਿੱਚ ਪੂਰਾ ਸੂਰਜ ਚਮਕਦਾ ਸੀ, ਹੂੰ, ਉਦੋਂ ਵੀ ਇਹਨਾਂ ਨੂੰ ਪੰਜਾਬ 'ਚ ਕਿਸੇ ਨੇ 2.5 ਵੋਟਾਂ ਨਹੀਂ ਪਾਈਆਂ, ਨਹੀਂ ਪਈ, ਤੇ ਹੁਣ ਬਸਪਾ ਨਾਲ ਹੂੰ, ਇਹਨਾਂ ਨੇ ਸਮਝੌਤਾ ਕੀਤਾ। ਹੂੰ, ਯਾਨੀ ਅਸਿੱਧੇ ਤੌਰ ਤੇ ਇਹਨਾਂ ਨੇ ਭਾਜਪਾ ਨਾਲ ਸਮਝੌਤਾ ਕੀਤਾ, ਹੂੰ, ਕਿਉਂਕਿ ਭਾਜਪਾ ਨਾਲ ਜਿਹੜਾ ਕਾਇਮ ਕੀਤਾ ਹੋਇਆ 9 ਮਾਸ ਦਾ ਰਿਸ਼ਤਾ ਉਹ ਟੁੱਟ ਨਹੀਂ ਸਕਦਾ ਜਦ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਾਹ ਵਿੱਚ ਸਾਹ ਹੈ। ਹੂੰ, ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤਿੰਨੋਂ ਖੇਤੀ ਕਾਨੂੰਨਾਂ ਦੇ ਸੰਬੰਧ 'ਚ ਹੂੰ, ਕਦੇ ਵੀ ਮੋਦੀ ਜੀ ਜਿਹੜੇ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਨੇ ਉਹਨਾਂ ਨਾਲ ਮੁਲਾਕਾਤ ਕਰਨੀ ਮੁਨਾਸਿਬ ਨਹੀਂ ਸਮਝੀ। ਹੂੰ, ਨਹੀਂ ਤਾਂ ਇਹ ਹੁੰਦਾ ਕਿ ਹੂੰ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਜਿੰਨੇ ਅਕਾਲੀ ਦਲ ਦੇ ਸੰਸਦ ਮੈਂਬਰ ਨੇ ਹੂੰ, ਤੇ ਪੰਜਾਬ ਦੇ ਜਿੰਨੇ ਵਿਧਾਇਕ ਨੇ, ਹੂੰ, ਸਾਰਿਆਂ ਨੂੰ ਨਾਲ ਲੈ ਕੇ ਹੂੰ, ਮੋਦੀ ਜੀ ਨਾਲ ਗੱਲਬਾਤ ਕਰਦੇ ਹੂੰ, ਔਰ ਉਹਨਾਂ ਨੂੰ ਇਹ ਕਨਵਿੰਸ ਕਰਾਉਂਦੇ ਕਿ ਜੇ ਦੇਸ਼ ਦਾ ਅੰਨਦਾਤਾ ਹੀ ਹੂੰ, ਆਪਣੇ ਆਪ ਨੂੰ ਨਪੀੜਿਆ, ਨਪੀੜਿਆ, ਦਬਿਆ ਕੁਚਲਿਆ ਮਹਿਸੂਸ ਕਰੇਗਾ ਤਾਂ ਇਸ ਦੇਸ਼ ਦਾ ਭਵਿੱਖ ਕੀ ਹੈ। ਕੀ ਹੋਇਆ? ਹੂੰ, ਬਿਲਕੁਲ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜਨਤਕ ਮੰਚਾਂ ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨਾਲ ਕਦੇ ਉਹਨਾਂ ਦੀ ਮਿਲਣੀ ਜਾਂ ਮੁਲਾਕਾਤ ਹੋਈ ਹੂੰ, ਤਾਂ ਉਹਨਾਂ ਨੇ ਪੈਰੀਂ ਹੱਥ ਲਾਏ। ਜੀ, ਤੇ ਮੈਂ ਸਮਝਦਾ ਕਿ ਇੰਨਾ ਵੀ ਮਾਣ ਨਾ ਰੱਖਦੇ ਮੋਦੀ ਜੀ, ਹੂੰ, ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਉਂ ਨਹੀਂ ਮਿਲਣਗੇ? ਹੂੰ, ਕਿਉਂਕਿ 9 ਮਾਸ ਦਾ ਰਿਸ਼ਤਾ ਹੈ ਨਾ। ਹੂੰ, ਉਹ ਕਿਵੇਂ ਉਹਨਾਂ ਨੂੰ ਕਹਿ ਦੇਣ ਕਿ ਹੁਣ ਟੁੱਟ ਗਿਆ ਹੈ ਜਾਂ ਮੈਂ ਤੋੜ ਦੂੰਗਾ। ਜੀ, ਠੀਕ। ਫੇਰ ਹੈ ਕਾਂਗਰਸ। ਹੂੰ, ਕਾਂਗਰਸ ਨੂੰ ਠੋਕੋ ਤਾਲੀ ਘਮਾਈ ਫਿਰਦਾ। ਹੂੰ, ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਤਰਕ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਮਿਲ ਗਏ, ਹੂੰ, ਉਹਨਾਂ ਨੇ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਿਆ ਉਹ ਮੌਕਾ ਔਰ ਇਹ ਪ੍ਰਸਤ ਸਾਨੂੰ ਨੇ। ਪਤਾ ਸੀ ਤਾਂ ਹੂੰ, ਫਲਾਨਾ ਸੀ ਧਮਕਾ ਸੀ। ਹੂੰ, ਫਿਰ ਉਹਨਾਂ ਨੂੰ ਇੱਕ ਸਵਾਲ ਹੈ, ਹੂੰ, ਸੁਖਜਿੰਦਰ ਸਿੰਘ ਰੰਧਾਵਾ ਬੜੇ ਦਾਨਿਸ਼ਮੰਦ ਨੇ, ਜੀ, ਬੜਾ ਪਿਆਰ ਰਿਹਾ ਕੈਪਟਨ ਅਮਰਿੰਦਰ ਸਿੰਘ ਨਾਲ, ਬੜੀ ਬਿਲਕੁਲ। ਦੋਸਤੀ ਰਹੀ ਹੈ, ਬੜੀ ਹੂੰ, ਗਹਿਰੀ ਸਾਂਝ ਰਹੀ ਹੈ ਇਹਨਾਂ ਦੀ, ਹੂੰ, ਔਰ ਇਹ ਕਦੇ ਵੀ ਮਤਲਬ ਹੂੰ, ਕੈਪਟਨ ਸਾਹਿਬ ਦੇ ਖਿਲਾਫ ਨਹੀਂ ਨਹੀਂ ਭੁਗਤੇ। ਬੋਲੇ, ਹੂੰ, ਜਦੋਂ ਠੋਕੋ ਤਾਲੀ ਆ ਗਿਆ, ਹੂੰ, ਜੇ ਤਾਂ ਠੋਕੋ ਤਾਲੀ ਜੰਮਿਆ ਕਾਂਗਰਸੀ ਹੂੰ, ਤੇ ਪਰਵਰਿਸ਼ ਉਹਦੀ ਕਾਂਗਰਸੀ ਹੋਈ ਹੂੰ, ਤੇ ਉਹ ਕਾਂਗਰਸ ਦੀ ਮਤਲਬ ਟਿਕਟਾਂ ਦੇ ਉੱਤੇ ਹੂੰ, ਉਹ ਐਮਪੀ ਬਣਿਆ, ਜੀ, ਫਿਰ ਤਾਂ ਮੈਨੂੰ ਕੋਈ ਗੱਲ ਸਮਝ ਆਉਂਦੀ ਹੈ ਹੂੰ, ਕਿ ਉਹ ਫਿਤਰਤਨ ਤੇ ਆਦਤਨ ਹੂੰ, ਕਾਂਗਰਸੀ ਹੈ, ਹੂੰ, ਜਮਾਂਦਰੂ ਕਾਂਗਰਸੀ ਹੈ। ਹੂੰ, ਜਿਹੜਾ ਕੱਲ ਤੱਕ ਇਹ ਕਹਿੰਦਾ ਰਿਹਾ, ਹੂੰ, ਜਿਹੜਾ ਇਹ ਕਹਿੰਦਾ ਰਿਹਾ, ਹੂੰ, ਕੀ ਕਹਿੰਦਾ ਰਿਹਾ? ਹੂੰ, ਇਹ ਕਿ ਭਾਜਪਾ ਮੇਰੀ ਮਾਂ है, हाँ, बिल्कुल, मेरी जननी है, हम्म, मेरा स्वाभिमान है, जी, मेरी पहचान है, जी, मेरी माँ के पीठ में जो छुरा घोंपेगा उसको वोट देने वाला गौ मांस के बराबर खाने के बराबर अपराध करेगा, फलां करेगा। बिल्कुल, बिल्कुल, कहता रहे ना, हाँ, बिल्कुल, मतलब फिर कहता ठोको ताली। ਇਹ ਜਿਹੜਾ ਠੋਕੋ ਤਾਲੀ ਹੈ, ਇਹਦੇ ਨਾਲ ਸਾਂਝ ਦਾ ਮਤਲਬ ਹੈ ਭਾਜਪਾ ਨਾਲ ਸਾਂਝ। हाँ, ਜੇ ਸੁਖਜਿੰਦਰ ਸਿੰਘ ਰੰਧਾਵਾ कैप्टन साहब ਦੇ ਉੱਤੇ ਹਮਲਾ ਬੋਲ ਰਹੇ ਨੇ ਤਾਂ ਬਿਲਕੁਲ, ਠੋਕੋ ਤਾਲੀ ਦਾ ਭਾਜਪਾ ਚੋਂ ਆਇਆ ਹੈ ਹਾਂ। ਤੇ ਭਾਜਪਾ ਉਹਦੀ ਮਾਂ ਹੈ, ਉਹਦੀ ਹਾਂ। ਜਣਨੀ ਹੈ, ਉਹਦਾ ਹਾਂ। ਸਵਾਭਿਮਾਨ ਹੈ, ਉਹਦੀ ਪਹਿਚਾਣ ਫਿਰ ਉਹ ਹੈ। ਸੰਬੰਧ ਕਿੱਥੇ ਗਿਆ? ਤਾਂ ਫੇਰ ਤਾਂ ਇਹਦਾ ਮਤਲਬ ਇਹ ਹੈ ਨਾ ਕਿ ਸੁਖਜਿੰਦਰ ਰੰਧਾਵਾ ਜੀ ਵੀ ਭਾਜਪਾ ਦੇ ਰੰਗ ਵਿੱਚ ਰੰਗੇ ਗਏ ਨੇ, ਰੰਗੇ ਗਏ, ਕਿਉਂਕਿ ਕੋਈ ਬੰਦਾ ਹੂੰ, ਆਪਣੀ ਮਾਂ ਨੂੰ ਨਹੀਂ ਛੱਡਦਾ ਹੁੰਦਾ, ਹੂੰ, ਕੋਈ ਬੰਦਾ ਆਪਣੀ ਪਹਿਚਾਣ ਮਿੱਟੀ 'ਚ ਨਹੀਂ ਮਿਲਾਉਂਦਾ ਹੁੰਦਾ, ਬਿਲकुल, बिल्कुल, ਕੋਈ ਬੰਦਾ ਆਪਣੇ ਸਵਾਭਿਮਾਨ ਨੂੰ ਹੂੰ, ਪੈਰਾਂ 'ਚ ਨਹੀਂ ਰੋਲਦਾ ਨਹੀਂ ਹੁੰਦਾ। ਰੋਲਦਾ। ਤੋ ਉਸ ਲਿਹਾਜ਼ ਨਾਲ ਹਾਂ, ਠੋਕੋ ਤਾਲੀ ਕੱਲ ਵੀ ਭਾਜਪਾ ਹੀ ਸੀ, ਹਾਂ, ਠੋਕੋ ਤਾਲੀ ਅੱਜ ਵੀ ਭਾਜਪਾ ਹੀ ਹੈ ਹੂੰ। ਤੇ ਠੋਕੋ ਤਾਲੀ ਭਵਿੱਖ ਵਿੱਚ ਵੀ ਭਾਜਪਾ ਹੀ ਰਹੇਗਾ। ਹੂੰ। ਤੇ ਸੁਖਜਿੰਦਰ ਸਿੰਘ ਰੰਧਾਵਾ ਕਿਸ ਆਧਾਰ ਦੇ ਉੱਤੇ ਇਹ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਨਾਲ ਰਲੇ ਹੋਏ ਨੇ, ਮੌਕਾ ਪ੍ਰਸਤ ਨੇ। ਹੂੰ। ਭਾਈ ਦੇਖੋ, ਜੇਕਰ ਮੌਕਾ ਪ੍ਰਸਤ ਸ਼ਬਦ ਦੀ ਜੇ ਮੈਂ ਗੱਲ ਕਰਾਂ ਤੇ ਮੌਕਾ ਪ੍ਰਸਤ ਕੌਣ ਹੈ ਕਾਂਗਰਸੀਆਂ ਦੇ ਵਿੱਚ ਇਸ ਸਮੇਂ ਤੇ ਉਹਨੇ ਕਿਹੜਾ ਬੰਦਾ ਹੈ ਜਿਹਨੇ ਕਾਂਗਰਸੀਆਂ ਨੂੰ ਪੂਰੇ ਤਰੀਕੇ ਦੇ ਨਾਲ ਬਦਲ ਕੇ ਘੁਮਾਇਆ ਹੋਇਆ? ਉਹ ਤਾਂ ਸਿਰਫ ਤੇ ਸਿਰਫ ਨਵਜੋਤ ਸਿੰਘ ਸਿੱਧੂ ਇੱਕ ਜੀ ਨੇ। ਸਿੱਧਾ ਜਿਹਾ ਪੰਜਾਬੀ ਦਾ ਮੁਹਾਵਰਾ ਹੈ, ਹੂੰ, ਅੰਗਰੇਜ਼ੀ 'ਚ ਵੀ ਹੈ, ਹੂੰ, ਇਹ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨਡੀਡ। ਹੂੰ, ਦੋਸਤ ਉਹ ਹੁੰਦਾ ਜਿਹੜਾ ਵਿਪਤਾ 'ਚ ਕੰਮ ਆਵੇ। ਹੂੰ, ਸੁਖਜਿੰਦਰ ਸਿੰਘ ਰੰਧਾਵਾ ਜੀ, ਤੁਸੀਂ ਕੱਲ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨਜ਼ਦੀਕੀ ਦੋਸਤਾਂ ਵਿੱਚੋਂ ਸੀ। ਬਿਲਕੁਲ, ਜਦੋਂ ਉਹਨਾਂ ਤੇ ਵਿਪਤਾ ਪਈ ਹੂੰ, ਤਾਂ ਤੁਸੀਂ ਛੱਡ ਕੇ ਠੋਕੋ ਤਾਲੀ ਦੇ ਖੈਮੇ 'ਚ ਆ ਗਏ। ਬਿਲਕੁਲ, ਇਹਦਾ ਮਤਲਬ ਇਹ ਹੈ ਹੂੰ, ਕਿ ਤੁਹਾਡੀ ਵਫਾਦਾਰੀ ਹੂੰ, ਜਾਂ ਤੁਹਾਡੇ ਕਿਰਦਾਰ ਤੇ ਵਿਸ਼ਵਾਸ ਨਹੀਂ ਕੀਤਾ ਜਾ ਨਹੀਂ ਕੀਤਾ ਸਕਦਾ। ਜਾ ਸਕਦਾ। ਤੁਸੀਂ ਆਪਣੇ ਸਿਆਸੀ ਲੋਭ ਖਾਤਰ ਹੂੰ। ਆਪਣਾ ਸਿਆਸੀ ਖੈਮਾ ਬਦਲ ਸਕਦੇ ਹੋ, ਹੂੰ, ਤੇ ਇਹ ਕਿਸੇ ਕਿਤਾਬ 'ਚ ਨਹੀਂ ਲਿਖਿਆ ਹੋਇਆ ਹੂੰ, ਕਿ ਫਲਾਂ ਸਿਆਸਤਦਾਨ ਸਾਰੀ ਉਮਰ ਇੱਕ ਪਾਰਟੀ 'ਚ ਜੰਮੇਗਾ, ਹੂੰ। ਉਸ ਪਾਰਟੀ 'ਚ ਪੜੇਗਾ, ਉਸ ਪਾਰਟੀ 'ਚ ਰਹੇਗਾ ਤੇ ਉਸ ਪਾਰਟੀ 'ਚ ਮਰੇਗਾ। ਕਿਉਂਕਿ ਇਤਿਹਾਸ ਗਵਾਹ ਹੈ ਕਿ ਹਰ ਕਿਸੇ ਨੇ ਵਕਤ ਬੇਵਕਤ ਆਪਣੀ ਜਿਹੜੀ ਪਾਰਟੀ ਹੈ ਬਦਲੀ। ਬਦਲੀ ਹੈ। ਹੂੰ, ਜੇ ਕੈਪਟਨ ਅਮਰਿੰਦਰ ਸਿੰਘ
ਇਸ ਸ਼ਰਤ ਤੇ ਹੂੰ ਭਾਜਪਾ ਵਿੱਚ ਜਾਂਦੇ ਨੇ ਹੂੰ ਕਿ ਦੇਖੋ ਭਾਈ, ਆਹ ਤਿੰਨੋਂ ਕਾਨੂੰਨ ਹੂੰ ਪਹਿਲਾਂ ਰੱਦ ਕਰੋ, ਰੱਦ ਕਰੋ, ਕਿਸਾਨਾਂ ਦੇ ਹੱਕ 'ਚ ਗੱਲ ਕਰੋ। ਕਿਸਾਨਾਂ ਦੇ ਹੱਕ 'ਚ ਕਰੋ। ਹੂੰ ਦੂਸਰੀ ਗੱਲ, MSP ਦੀ ਕਾਨੂੰਨੀ ਗਾਰੰਟੀ ਦਿਓ ਦਿਓ। ਹੂੰ ਤੇ ਔਰ ਕਿਸਾਨਾਂ ਨੂੰ ਬੜੇ ਸਤਿਕਾਰ ਨਾਲ ਹੂੰ ਜਾ ਕੇ ਇਹ ਦੱਸੋ ਕਿ ਇਹ ਕਾਨੂੰਨ ਕਦੇ ਵੀ ਲਾਗੂ ਨਹੀਂ ਹੋਣਗੇ ਨਹੀਂ ਹੋਣਗੇ। ਔਰ ਇਹ ਅਹਿਦ ਹੂੰ ਭਾਜਪਾ ਦੀ ਅਗਵਾਈ ਵਾਲੀ NDA ਸਰਕਾਰ ਤੁਹਾਡੇ ਨਾਲ ਕਰਦੀ ਹੈ। ਜੀ। ਔਰ ਜੋ ਕੁਝ ਬੀਤੇ ਸਮੇਂ 'ਚ ਹੋਇਆ ਹੈ, ਹੂੰ ਜਿੰਨੇ ਸਾਡੇ ਤੁਹਾਡੇ ਕਿਸਾਨ ਸ਼ਹੀਦ ਹੋਏ ਨੇ, ਹੂੰ ਸਾਨੂੰ ਉਹਨਾਂ ਦੇ ਨਾਲ ਦਿਲੀ ਹਮਦਰਦੀ ਹੈ ਹੂੰ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੰਪਨਸੇਟ ਕੀਤਾ ਜਾਵੇ। ਹੂੰ ਫੇਰ ਤਾਂ ਸਾਰਾ ਕੁਝ ਜਿਹੜਾ ਹੈ, ਹੂੰ ਇਹ ਸਿਆਸੀ ਦ੍ਰਿਸ਼ ਹੈ ਪੰਜਾਬ ਦਾ, ਸੰਭਲ ਸਕਦਾ। ਯਕਦਮ ਬਦਲ ਜਾਵੇਗਾ। ਹੂੰ। ਤੁਸੀਂ ਵੇਖੋ ਨਾ, ਇੱਕ ਐਲਾਨ ਨਾਲ ਹੂੰ ਕਿ ਮੈਂ ਭਾਜਪਾ ਦੇ ਨਾਲ ਸਮਝੌਤਾ ਕਰ ਸਕਦਾ ਹੂੰ ਔਰ ਸੀਟਾਂ ਦੀ ਵੰਡ ਤੇ ਉਸ ਸੰਬੰਧ ਵਿੱਚ ਚਰਚਾ ਹੋ ਸਕਦੀ ਹੈ, ਹੂੰ ਤੇ ਸਾਰੇ ਬੁਖਲਾਏ ਫਿਰਦੇ ਨੇ। ਹੂੰ ਕੋਈ ਕਦੇ ਕੁਝ ਕਹੀ ਜਾਂਦਾ ਹੈ, ਹੂੰ ਕਦੇ ਉਹ ਆਏ ਹੋ ਗਿਆ, ਕਦੇ ਕਹਿੰਦਾ ਵੀ ਇਹ ਪਾਕਿਸਤਾਨ ਨੂੰ ਸਾਰਾ ਕੁਝ ਸੌਂਪਣ ਵਾਲੇ ਨੇ, ਕਦੇ ਕਹਿੰਦੇ ਵੀ ਉਹ ਰੂਸਾ ਆਲਮ ਦਾ ਨਾਮ ਲਈ ਜਾਂਦੇ ਨੇ। ਰੂਸਾ ਲਾਲ ਇਹ ਕਿਸੇ ਦੀ ਜ਼ਾਤੀ ਜ਼ਿੰਦਗੀ ਤੋਂ ਤੁਸੀਂ ਕੀ ਲੈਣਾ? ਹੂੰ ਕਿਉਂਕਿ ਸਿਆਸਤ ਦੇ ਵਿੱਚ, ਹੂੰ ਆਮ ਜ਼ਿੰਦਗੀ ਵਿੱਚ ਵੀ ਹਰ ਬੰਦੇ ਦੀ ਯਾਰ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ। ਹੂੰ ਠੀਕ ਹੈ, ਹਰ ਬੰਦਾ 16 ਕਲਾ ਸੰਪੂਰਨ ਨਹੀਂ ਹੁੰਦਾ। ਨਹੀਂ ਹੁੰਦਾ। ਜੇ ਇੱਕ ਬੰਦੇ ਦਾ ਇੱਕ ਔਰਤ ਨਾਲ ਹੂੰ ਕੋਈ ਪਿਆਰ ਮੁਹੱਬਤ ਵਾਲਾ ਰਿਸ਼ਤਾ ਹੈ ਜਾਂ ਦੋਸਤਾਨਾ ਰਿਸ਼ਤਾ ਵੀ ਜਾਂ ਹੈ। ਦੋਸਤਾਨਾ ਰਿਸ਼ਤਾ ਹੈ, ਹੂੰ। ਤੁਸੀਂ ਅੰਦਰ ਵੜ ਕੇ ਵੇਖਿਆ ਬਿਲਕੁਲ। ਵੀ ਕੀ ਹੈ ਕੀ ਗੱਲ ਨਹੀਂ? ਇਹ ਹੈ ਕਿ ਤੁਸੀਂ तमाम ਉਮਰ ਉਹਨਾਂ ਦੇ ਬਹੁਤ ਚੰਗੇ ਦੋਸਤ ਬਣ ਕੇ ਰਹੇ ਹੋ, ਕਰੀਬੀ ਬਣ ਕੇ ਰਹੇ ਹੋ, ਤੇ ਅੱਜ ਜੇਕਰ ਤੁਹਾਡੇ ਵਿਚਾਰ ਇੱਕ ਦੂਜੇ ਤੋਂ ਉਲਟ ਹੋ ਗਏ ਨੇ ਤੇ ਤੁਸੀਂ ਇੱਕ ਦੂਜੇ ਨੂੰ ਭੰਡਣਾ ਸ਼ੁਰੂ ਕਰ ਦਿੱਤਾ ਹੈ। ਤੁਸੀਂ ਇਹ ਕਹਿੰਦੇ ਪਏ ਹੋ ਕਿ ਅਰੂਸਾ ਆਲਮ ਜਿਹੜੀ ਬੀਬਾ ਹੈ ਉਹਨਾਂ ਦੇ ਘਰ ਦੇ ਵਿੱਚ ਆ ਕੇ ਰਹਿੰਦੀ ਰਹੀ। ਕਿੱਡੀ ਗਲਤ ਗੱਲ ਹੈ ਕਿ ਜੇਕਰ ਤੁਹਾਡੀ ਉਹਨਾਂ ਨਾਲ ਯਾਰੀ ਦੋਸਤੀ ਰਹੀ ਹੈ ਤੇ ਤੁਸੀਂ ਕੁਝ ਪੱਤੇ ਤਾਂ ਐਜ਼ ਅ ਦੋਸਤੀ ਦੇ ਨਾਤੇ ਵੀ ਆਪਣੇ ਅੰਦਰ ਸੰਭਾਲ ਕੇ ਰੱਖੋ। ਜ਼ਿੰਦਗੀ ਵਿੱਚ ਕੋਈ ਇਨਸਾਨ, ਹੂੰ ਉਹ ਭਾਵੇਂ ਬਲਜੀਤ ਸਿੰਘ ਹੈ ਹੂੰ ਜਾਂ ਕੋਈ ਬਲਜੀਤ ਸਿੰਘ ਦਾ ਹੋਰ ਗੁਰੂ ਹੈ, ਜਿਹਨੂੰ ਆਪਾਂ ਸਮਝਦੇ ਹਾਂ ਕਿ ਉਹਦੇ ਤੋਂ ਮੈਂ ਕੋਈ ਸਿੱਖਿਆ ਲਈ ਹੈ, ਹੂੰ ਕੋਈ ਭਲਾ ਮਾਨਸ ਨਹੀਂ ਹੁੰਦਾ। ਹਰ ਬੰਦਾ ਕਿਤੇ ਨਾ ਕਿਤੇ ਭਟਕਿਆ ਹੁੰਦਾ, ਜੀ। ਰਾਈਟ? ਉਹ ਜ਼ਿਹਨ ਵਿੱਚੋਂ ਜ਼ਾਹਿਰ ਕਰੇ ਨਾ ਕਰੇ, ਪ੍ਰਦਰਸ਼ਿਤ ਕਰੇ ਨਾ ਕਰੇ, ਆਪਣੀ ਅੰਦਰ ਜੋ ਸੋਚਦਾ। ਹੂੰ ਇੱਕ ਖੂਬਸੂਰਤ ਔਰਤ ਨੂੰ ਵੇਖ ਕੇ ਬੰਦਾ ਕੀ ਸੋਚਦਾ? ਹੂੰ ਹਰ ਬੰਦਾ ਕੀ ਸੋਚਦਾ? ਠੀਕ ਹੈ। ਬਹੁਤ ਖੂਬਸੂਰਤ ਫੁੱਲਾਂ ਨੂੰ ਦੇਖ ਕੇ ਬੰਦਾ ਕੀ ਸੋਚਦਾ? ਜੀ। ਹੂੰ ਉਹ ਇਹੀ ਸੋਚਦਾ ਨਾ ਕਿ ਯਾਰ ਮੇਰੇ ਘਰ ਹੋਣੇ ਚਾਹੀਦੇ ਨੇ। ਹੂੰ ਇਸੇ ਤਰ੍ਹਾਂ ਆਦਮੀ ਦੀ, ਮਰਦ ਦੀ ਕਮਜ਼ੋਰੀ ਹੈ, ਕਿਉਂਕਿ ਮਰਦ ਹੈ ਜਿਹੜਾ ਇਹ ਪੋਲੀਗੈਮਸ ਹੈ, ਬਹੁ ਪਤਨੀ ਪ੍ਰੇਮੀ ਹੈ। ਹੂੰ ਇਸ ਹਕੀਕਤ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਹੂੰ ਜੇ ਕਿਸੇ ਖੂਬਸੂਰਤ ਔਰਤ ਨਾਲ ਕਿਸੇ ਬੰਦੇ ਦੀ ਯਾਰ ਦੋਸਤੀ ਹੈ, ਹੂੰ ਉਹਦੇ ਵਿੱਚ ਕਿਸੇ ਦਾ ਕੀ ਢਿੱਡ ਦੁਖਦਾ? ਠੀਕ ਹੈ। ਜਾਂ ਤਾਂ ਇਹ ਹੋਵੇ ਉਹ ਖੁਦ ਆਪਣੀ ਭਲੀ ਮਾਨਸੀ ਦਾ ਸਰਟੀਫਿਕੇਟ ਦਿੰਦਾ ਹੋਵੇ ਜੀ। ਕਿ ਆ ਮੈਨੂੰ ਉੱਤੋਂ ਆਇਆ ਹੈ ਹੂੰ ਤੇ ਮੈਂ ਪੂਰਾ ਮਤਲਬ 100% ਭਲਾ ਮਾਨਸ ਹਾਂ ਔਰ ਮੈਂ ਕਦੇ ਕਿਸੇ ਔਰਤ ਵੱਲ ਮਤਲਬ ਮਾੜੀ ਅੱਖ ਨਾਲ ਨਹੀਂ ਦੇਖਿਆ। ਨਹੀਂ ਠੀਕ। ਬਿਲਕੁਲ। ਹਰ ਖੂਬਸੂਰਤ ਚੀਜ਼ ਨੂੰ ਵੇਖ ਕੇ ਬੰਦੇ ਨੂੰ ਲੱਗਦਾ ਕਿ ਮੈਂ ਲੈ ਲਾ ਯਾਰ। ਹੂੰ ਹੂੰ ਜਿਵੇਂ ਚੰਨ ਨੂੰ ਵੇਖ ਕੇ ਲੱਗਦਾ ਨਾ ਕਿ ਇਹ ਸਾਡੇ ਘਰੇ ਆ ਜੇ, ਜੀ। ਹਨਾ? ਹਾਂ ਅਨੋਖਾ ਲਾਡਲਾ ਖੇਲਣ ਕੋ ਮੰਗੇ ਚਾਂਦ। ਬਿਲਕੁਲ। ਇਹ ਕਮਜ਼ੋਰੀਆਂ ਨੇ ਹੂੰ। ਬੰਦਿਆਂ ਦੀਆਂ ਔਰ ਇਹਨਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਹੂੰ ਦੂਸਰੀ ਗੱਲ ਇਹ ਹੈ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਤਵਾ ਹੀ ਲਾਈ ਜਾਣਾ ਹੂੰ। ਕਿ ਉਹਨੇ ਐਂ ਕਿਉਂ ਕੀਤਾ, ਐਂ ਕੀਤਾ, ਹੂੰ। ਜਾਂ ਤਾਂ ਇਹ ਹੋਵੇ ਵੀ ਤਵਾ ਲਾਉਣ ਵਾਲਾ ਭਲਾ ਮਾਨਸ ਹੋਵੇ। ਹੂੰ ਸਿਆਸਤ ਦੇ ਵਿੱਚ ਭਲੀ ਮਾਨਸੀ ਦਾ ਕੰਮ ਨਹੀਂ ਹੁੰਦਾ। ਕੰਮ ਨਹੀਂ ਹੁੰਦਾ। ਠੀਕ ਹੈ। ਜੀ। ਇੱਥੇ ਨਿਤ ਝੂਠ ਮਾਰਨੇ ਪੈਂਦੇ ਨੇ। ਹੂੰ, ਔਰ ਹੂੰ। ਦੇਖੋ ਸਿਤਮ ਜ਼ਰੀਫੀ ਵੇਖੋ ਤੁਸੀਂ ਹੂੰ। ਕਿ ਗਾਤਰੇ ਪਾ ਕੇ ਵੀ ਝੂਠ ਬੋਲਣੇ ਪੈਂਦੇ ਨੇ। ਜੀ ਬਿਲਕੁਲ। ਸੋ ਬਹੁਤ ਜ਼ਰੂਰੀ ਹੈ ਕਿ ਆਪਾਂ ਕਿਸੇ ਨੂੰ ਮੌਕਾ ਪ੍ਰਸਤ ਕਹਿਣ ਤੋਂ ਪਹਿਲਾਂ ਇਹ ਦੇਖੀਏ ਕਿ ਸਾਡੀ ਪਾਰਟੀ ਦੇ ਵਿੱਚ ਅਸਲ ਮੌਕਾ ਪ੍ਰਸਤ ਵਿਅਕਤੀ ਕੌਣ ਹੈ, ਉਹਦੀ ਪਹਿਚਾਣ ਕਰੀਏ, ਸਾਨੂੰ ਕੱਢੀਏ, ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦਾ ਵਜੂਦ ਹੈ ਉਹ ਪੰਜਾਬ ਦੇ ਵਿੱਚ ਬਚ ਸਕੇ। ਕਾਂਗਰਸ 'ਚ ਬਹੁਤ ਵੱਡੀ ਬੁਖਲਾਹਟ ਹੈ। ਹੂੰ ਚੰਨੀ ਜੀ ਨਾਲ ਮੁਲਾਕਾਤ ਕੀਤੀ ਠੋਕੋ ਤਾਲੀ ਨੇ, ਹੂੰ ਔਰ ਇਹ ਬੀਤੇ ਦਿਨ ਮਤਲਬ ਰਾਤ ਨੂੰ ਉਹਨਾਂ ਦੀ ਮੁਲਾਕਾਤ ਹੁੰਦੀ ਹੈ। ਪਹਿਲਾਂ ਦਿਨੇ ਵੀ ਹੁੰਦੀ ਹੈ, ਫਿਰ ਰਾਤ ਨੂੰ ਵੀ ਹੁੰਦੀ ਹੈ। ਇਸ ਤਰ੍ਹਾਂ ਦੀਆਂ ਖਬਰਾਂ ਨੇ। ਹੂੰ ਔਰ ਚੰਨੀ ਜੀ ਨੇ ਤੈਸ਼ ਚ ਆ ਕੇ ਕਹਿਤਾ ਹੂੰ ਕਿ ਯਾਰ ਦੇਖ, 13 ਨੂੰ ਕਾਤੀ ਪ੍ਰੋਗਰਾਮ ਹੈ, 18 ਨੂੰ ਕਾਤੀ ਪ੍ਰੋਗਰਾਮ ਹੈ, 20 ਨੂੰ ਕਾਤੀ ਪ੍ਰੋਗਰਾਮ ਹੈ, 24 ਨੂੰ ਕਾਤੀ ਪ੍ਰੋਗਰਾਮ ਹੈ। ਜੀ। ਮੈਂ ਕੋਸ਼ਿਸ਼ ਕਰੂੰਗਾ ਯਾਰ ਸਾਰੇ ਨੁਕਤੇ ਨਾਕਤੇ ਜਿਹੜੇ ਹੱਲ ਕਰਨ ਦੇ। ਹੂੰ ਤੇ ਜੇ ਤੈਨੂੰ ਐਂ ਲੱਗਦਾ ਕਿ ਮੈਂ ਕੁਝ ਨਹੀਂ ਕਰ ਸਕਦਾ ਯਾਰ, ਹੂੰ। ਤੂੰ ਮੁੱਖ ਮੰਤਰੀ ਬਣ ਜਾ ਹਾਂ ਤੇ ਆ ਦੇਖ ਲੂੰਗਾ ਮੈਂ ਤੈਨੂੰ 2 ਮਹੀਨਿਆਂ 'ਚ ਤੂੰ ਕੀ ਤੂੰ ਲੱਲਰ ਕੀ ਲਾਉਣਾ। ਕਰ ਲੈਣਾ। ਹਾਂ ਬਿਲਕੁਲ। ਕਿਉਂਕਿ ਮਕਸਦ ਕੀ ਹੈ ਵੀ ਛੇਤੀ ਛੇਤੀ ਨਾ ਇਹ ਕੁਰਸੀ ਤੇ ਚੰਨੀ ਨੂੰ ਉਠਾ ਕੇ ਮੈਂ ਬੈਠ ਜਾ। ਮੈਂ ਬੈਠ ਜਾਵਾਂ। ਬਿਲਕੁਲ। ਇੱਕ ਨੂੰ ਹਟਾਤਾ, ਮੇਰੀ ਮਰਜ਼ੀ ਨਾਲ ਦੂਜੇ ਨੂੰ ਬਿਠਾਤਾ, ਹੁਣ ਉਹਨੂੰ ਵੀ ਕੱਢ ਪਰ ਕੇ ਮੈਂ ਉੱਪਰੋਂ ਫਟਾਫਟ ਲੈ ਲਵਾਂ। ਉੱਪਰੋਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਆ ਬੰਬ ਸਿੱਟਤਾ, ਹਾਂ ਇਹਦੇ ਨਾਲ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਘੇਰੀਏ ਤਾਂ ਕਿਵੇਂ ਕਿਵੇਂ ਘੇਰੀਏ। ਘੇਰੀਏ। ਕਿਉਂਕਿ ਜੇ ਉਹ ਕਾਨੂੰਨ ਰੱਦ ਕਰਵਾ ਲੈਂਦੇ ਨੇ ਹੂੰ। ਤਾਂ ਇਹਨਾਂ ਦੇ ਸਿਰਾਂ ਦੇ ਵਿੱਚ ਤਾਂ ਕਿੰਨੇ ਹੀ ਘੜੇ ਪਾਣੀ ਦੇ ਪੈ ਬਹੁਤ ਜਾਣਗੇ। ਜ਼ਿਆਦਾ ਜਿਹੜੀ ਹੈ ਇਹਨਾਂ ਦੀ ਸਿਆਸਤ ਪੂਰੀ ਦੀ ਪੂਰੀ ਹੱਥੋਂ ਹੀ ਨਿਕਲ ਜਾਣੀ ਹੈ। ਇੰਨਾ ਕਾਟੋ ਕਲੇਸ਼ ਪਿਆ ਹੋਇਆ ਹੈ, ਇਸੇ ਕਾਰਨ ਮੈਨੂੰ ਲੱਗਦਾ ਹੈ ਕਿ ਬੌਖਲਾਏ ਚੁੱਕੇ ਨੇ ਪੂਰੀ ਬਹੁਤ ਤਰ੍ਹਾਂ। ਬੁਖਲਾ ਗਏ ਨੇ। ਕਿਉਂਕਿ ਇਹਨਾਂ ਨੂੰ ਇਹ ਰਾਹ ਨਹੀਂ ਸੀ ਲੱਭਦਾ ਕਿ ਕਿੱਧਰੋਂ ਦੀ ਇਹ ਕਿਸਾਨਾਂ ਦਾ ਮੁੱਦਾ ਹੱਲ ਕਰਾਇਆ ਜਾਵੇ। ਕਿਸਾਨਾਂ ਦੇ ਕੁਝ ਆਗੂ ਨੇ ਜਿਹੜੇ ਹੂੰ ਉਹ ਇਵੇਂ ਸਮਝਦੇ ਨੇ ਕਿ
ਕੈਪਟਨ ਅਮਰਿੰਦਰ ਸਿੰਘ ਇੱਕ ਬੜੇ ਦਾਨਿਸ਼ਮੰਦ ਸਿਆਸਤਦਾਨ ਨੇ, ਔਰ ਜੇ ਕਿਸਾਨ ਜਥੇਬੰਦੀਆਂ ਨੂੰ ਵਿਸ਼ਵਾਸ 'ਚ ਲੈ ਕੇ ਉਹ ਕੇਂਦਰ ਸਰਕਾਰ ਨਾਲ ਮੁੜ ਵਾਰਤਾ ਕਰਵਾਉਂਦੇ ਨੇ ਤੇ ਖੁਦ ਇਹ ਕਨਵਿੰਸ ਕਰਾ ਲੈਂਦੇ ਨੇ ਕਿ ਭਾਵੇਂ ਇੰਨੇ ਗੇੜਾਂ ਦੀ ਗੱਲਬਾਤ ਫੇਲ ਹੋ ਚੁੱਕੀ ਹੈ, ਪਰ ਅਮਿਤ ਸ਼ਾਹ ਜੀ ਜਾਂ ਨਰਿੰਦਰ ਤੋਮਰ ਜੀ, ਹੁਣ ਜਦੋਂ ਕਿਸਾਨ ਤੁਹਾਡੇ ਨਾਲ ਗੱਲਬਾਤ ਕਰਨਗੇ ਤਾਂ ਹੁਣ ਤੁਸੀਂ ਐਵੇਂ ਕੋਈ ਰੇੜਕਾ ਨਹੀਂ ਪਾਉਣਾ ਹੋਊਗਾ ਤੇ ਸਿੱਧਾ ਸਿੱਧਾ ਇਹ ਮੰਨ ਜਾਣਾ ਕਿ ਅਸੀਂ ਇਹ ਕਾਨੂੰਨ ਰੱਦ ਕਰਦੇ ਹਾਂ ਤੇ ਭਾਈ ਸੁੱਖੀ ਸੰਦੀ ਤੁਸੀਂ ਆਪੋ ਆਪਣੇ ਘਰਾਂ ਨੂੰ ਚਲੇ ਜਾਓ, ਔਰ ਇਸ ਤੋਂ ਬਾਅਦ ਇਹੋ ਜਿਹਾ ਕੋਈ ਕਾਨੂੰਨ ਪਾਸ ਨਹੀਂ ਹੋਵੇਗਾ। ਠੀਕ, ਇਹ ਇਸ ਗੱਲੋਂ ਡਰੀ ਜਾਂਦੇ ਨੇ ਕਿਉਂਕਿ ਇਹ ਖੁਦ ਤਾਂ ਕੁਝ ਕਰ ਨਹੀਂ ਸਕਦੇ। ਬਿਲਕੁਲ, ਕਾਂਗਰਸ ਦੀ ਗੱਲ ਤਾਂ ਮੰਨਣ ਨਹੀਂ ਲੱਗਿਆ ਕੋਈ, ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਅਲਵਿਦਾ ਤਕਰੀਬਨ ਕਹਿ ਦਿੱਤੀ ਹੈ। ਇਹੀ ਕਾਰਨ ਹੈ ਕਿ ਹਰੀਸ਼ ਰਾਵਤ ਨੇ ਜਿਹੜੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ, ਉਹ ਮਤਲਬ ਬੁਖਲਾ ਕੇ ਇਹ ਕਹੀ ਜਾਂਦੇ ਜੀ ਪਿੱਠ 'ਚ ਛੁਰਾ ਮਾਰ ਗਏ, ਜਾਂ ਇਹਨਾਂ ਨੇ ਆਪਣੇ ਆਪ ਨੂੰ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਜਿਹੜਾ ਆਪਣਾ ਸੈਕੂਲਰ ਅਮਰਿੰਦਰ ਸਿੰਘ ਸੀ ਇਹਨਾਂ ਦੇ ਅੰਦਰ, ਉਹਨੂੰ ਮਾਰਤਾ। ਸੈਕੂਲਰਿਜ਼ਮ ਹੈ ਜਿਹੜਾ, ਧਰਮ ਨਿਰਪੱਖਤਾ ਕਹਿੰਦੇ ਆ ਜਿਹਨੂੰ ਆਪਾਂ, ਉਹ ਹਰ ਪਾਰਟੀ 'ਚ ਹੀ ਹੁੰਦੀ ਹੈ, ਹਰ ਪਾਰਟੀ ਦੇ ਆਗੂਆਂ 'ਚ ਹੀ ਹੁੰਦੀ ਹੈ। ਭਾਜਪਾ 'ਚ ਰਹਿੰਦੇ ਹੋਏ ਜੇ ਆਪਾਂ ਸਮਝੀਏ ਤਾਂ ਅਟਲ ਬਿਹਾਰੀ ਵਾਜਪਾਈ ਹੋਰੀ ਸੀ ਜਿਹੜੇ, ਉਹ ਧਰਮ ਨਿਰਪੱਖਤਾ ਦੇ ਅਸੂਲਾਂ ਤੇ ਤਾਂ ਜ਼ਿੰਦਗੀ ਨਿਭੇ। ਹਰ ਪਾਰਟੀ 'ਚ ਇਹੋ ਜਿਹੇ ਲੋਕ ਹੁੰਦੇ ਨੇ, ਹਰ ਪਾਰਟੀ 'ਚ ਸਿਆਣੇ ਵੀ ਹੁੰਦੇ ਨੇ, ਹਰ ਪਾਰਟੀ 'ਚ ਮੂਰਖ ਵੀ ਹੁੰਦੇ ਨੇ, ਹਰ ਪਾਰਟੀ 'ਚ ਕੱਟੜ ਵੀ ਹੁੰਦੇ ਨੇ, ਤੇ ਧਰਮ ਨਿਰਪੱਖਤਾ ਦਾ ਝੰਡਾ ਬੁਲੰਦ ਕਰਨ ਵਾਲੇ ਵੀ ਹੁੰਦੇ ਨੇ। ਤੇ ਤੁਸੀਂ ਕਿਸੇ ਤੇ ਲੇਬਲ ਨਹੀਂ ਲਾ ਸਕਦੇ। ਇੱਕ ਬੰਦਾ ਜਿਹੜਾ ਇੰਨੀ ਦੇਰ ਤੱਕ ਸਿਆਸਤ 'ਚ ਰਿਹਾ, ਉਹਨੂੰ ਤੁਸੀਂ ਜ਼ਲੀਲ ਕਰਕੇ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਤਾ, ਔਰ ਕੋਈ ਜਵਾਬ ਤਲਬੀ ਨਹੀਂ ਕੀਤੀ। ਤੁਸੀਂ ਉਹਨਾਂ ਤੋਂ ਪੁੱਛਿਆ ਕੋਈ ਨਹੀਂ ਵੀ ਭਾਈ, ਜਦੋਂ ਉਹਨਾਂ ਨੇ ਕਿਹਾ ਕਿ ਮੈਂ 99% ਵਾਅਦੇ ਜਿਹੜੇ ਪੰਜਾਬੀਆਂ ਨਾਲ ਕੀਤੇ ਸੀ ਪੂਰੇ ਕੀਤੇ ਆ, ਤੇ ਜਿਹੜੇ ਬਾਕੀ ਰਹਿੰਦੇ ਆ ਜਦ ਤੱਕ ਪੂਰੇ ਹੋ ਜਾਣਗੇ। ਜਦੋਂ ਖਜ਼ਾਨਾ ਇਸ ਤਰਸਯੋਗ ਹਾਲਤ 'ਚ ਸੀ ਤਾਂ ਉਹਨਾਂ ਨੇ ਜਿੰਨੀ ਕੁ ਵਾਹ ਲਾਉਣੀ ਸੀ ਲਾਈ। ਉਹਨਾਂ ਕੋਲੇ ਕੋਈ ਇਹੀ ਜਿਹੀ ਤਾਂ ਜਾਇਦਾਦ ਹੈ ਨਹੀਂ ਸੀ ਕਿ ਉਹ ਆਪਣੇ ਪੱਲਿਓਂ ਖਰਚ ਦਿੰਦੇ, ਤੇ ਪੱਲਿਓਂ ਕੋਈ ਵੀ ਨਹੀਂ ਖਰਚਦਾ ਹੁੰਦਾ। ਜੇ ਕੋਈ ਪੱਲਿਓਂ ਖਰਚਣ ਵਾਲਾ ਹੋਵੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੇ ਇੰਨੀ ਮਾਇਆ ਹੈ ਕਿ ਉਹ ਪੰਜਾਬ ਦੇ ਚੱਪੇ ਤੇ ਗਰੀਬਾਂ ਵਾਸਤੇ ਸਕੂਲ ਖੋਲ ਦੇਣ, ਪਰ ਉਹਨਾਂ ਨੇ ਆਪਣੇ ਪਿੰਡ 'ਚ ਵੀ ਨਹੀਂ ਇਹੋ ਜਿਹਾ ਕੋਈ ਮੁਫਤ ਸਕੂਲ ਖੋਲਿਆ। ਬਿਲਕੁਲ। ਸੋ ਜਿਨ੍ਹਾਂ ਦੇ ਕੋਲ ਹੈਗੀ ਆ ਉਹ ਤਾਂ ਉਹ ਵੀ ਨਹੀਂ ਖਰਚ ਕਰ ਪਾ ਰਹੇ, ਤੇ ਜਿਹਦੇ ਕੋਲ ਹੈ ਹੀ ਨਹੀਂ ਉਹ ਕਿੱਥੋਂ ਖਰਚ ਕਰੇਗਾ। ਉਸ ਲਿਹਾਜ਼ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਗਲਤ ਨਹੀਂ ਸਮਝਦਾ, ਕਿਉਂਕਿ ਦੇਖੋ ਕੋਈ ਵੀ ਵਿਅਕਤੀ ਹੈ ਜਿਹੜਾ ਸਿਆਸੀ ਆਗੂ ਹੈ ਜੀ, ਉਹ ਇਹ ਚਾਹੇਗਾ ਕਿ ਜਦੋਂ ਹੁਣ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਤਿਤ ਖਾਏ, ਜੇ ਜਿਉਂਦੇ ਜੀ ਬਾਣੀ ਚ ਹੈ ਕਿ ਪੱਗ ਲੈ ਜਾਏ ਬੰਦੇ ਦੀ ਤਾਂ ਫਿਰ ਹਰਾਮ ਹੈ ਸਾਰਾ ਕੁਝ ਖਾਣਾ ਪੀਣਾ। ਜਦੋਂ ਕੋਈ ਬੰਦੇ ਨੂੰ ਤੁਸੀਂ ਜ਼ਲੀਲ ਕਰਦੇ ਹੋ, ਉਹ ਫਿਰ ਕੀ ਕਰਦਾ? ਬਗਾਵਤ ਕਰਦਾ ਜੀ। ਔਰ ਫਿਰ ਉਹ ਇਹ ਨਹੀਂ ਦੇਖਦਾ ਕਿ ਮੇਰਾ ਕਿਸ ਪਾਰਟੀ ਨਾਲ ਅਤੀਤ ਜੁੜਿਆ ਹੋਇਆ, ਮੈਂ ਕਿਸ ਪਾਰਟੀ ਨੂੰ ਕਿੰਨੀ ਦੇਰ ਤੱਕ ਸਮਰਪਿਤ ਰਿਹਾ। ਜਦੋਂ ਤੁਹਾਨੂੰ ਕੋਈ ਇਸ ਤਰ੍ਹਾਂ ਕੱਢੇਗਾ ਫਿਰ ਤੁਸੀਂ ਕੀ ਕਰੋਗੇ? ਤੁਸੀਂ ਸਿਆਸਤ 'ਚ ਜਦੋਂ ਤੁਹਾਡਾ ਜੀਵਨ ਹੈ ਤਾਂ ਫਿਰ ਤੁਸੀਂ ਜਿਸ ਮਰਜ਼ੀ ਪਾਰਟੀ ਚਲੇ ਜਾਓ, ਤੁਹਾਨੂੰ ਕੌਣ ਰੋਕ ਸਕਦਾ? ਉਹ ਬਸਪਾ 'ਚ ਵੀ ਜਾ ਸਕਦੇ ਆ, ਉਹ ਭਾਜਪਾ 'ਚ ਵੀ ਜਾ, ਇਹ ਤਾਂ ਉਹਨਾਂ ਦੇ ਹੱਥ 'ਚ ਵਿਕਲਪ ਹੈ ਕਿ ਜਿੱਥੇ ਮਰਜ਼ੀ ਚਲੇ ਜਾਣ। ਤੇ ਇਹਦੇ ਤੇ ਤੁਸੀਂ ਇੰਨੀ ਡੰਡ ਕਿਉਂ ਪਾ ਰਹੇ ਹੋ? ਤੇ ਔਰ ਕਾਂਗਰਸੀਆਂ ਨੂੰ ਸਭ ਤੋਂ ਜ਼ਿਆਦਾ ਮਤਲਬ ਸੇਕ ਇਸ ਗੱਲ ਦਾ ਲੱਗ ਰਿਹਾ, ਇੱਕ ਭੁਚਾਲ ਆ ਗਿਆ, ਬਹੁਤ ਵੱਡਾ ਜ਼ਲਜ਼ਲਾ ਆ ਗਿਆ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ, ਤੇ ਠੋਕੋ ਤਾਲੀ ਸਾਰਿਆਂ ਤੋਂ ਵੱਖਰਾ ਉਹਨੂੰ ਇਹ ਆ ਵੀ ਛੇਤੀ ਮੇਰੇ ਕੋਲੇ ਕੁਰਸੀ ਆ ਜਾਏ। ਬਿਲਕੁਲ ਜੀ। ਸੋ ਸਾਰੀ ਦੀ ਸਾਰੀ ਬੌਖਲਾਹਟ ਇਹੀ ਹੈ ਕਿ ਕੈਪਟਨ ਸਾਹਿਬ ਨੇ ਪਾਰਟੀ ਦੇ ਵਿੱਚੋਂ ਨਿਕਲਣ ਤੋਂ ਬਾਅਦ ਇੱਕ ਨਵੀਂ ਜਿਹੜੀ ਹੈ ਆਪਣੀ ਇੱਕ ਪਲੈਨਿੰਗ ਕੀਤੀ, ਔਰ ਇਹ ਪਲੈਨਿੰਗ ਦੀ ਭਣਕ ਪਹਿਲਾਂ ਕਿਸੇ ਨੂੰ ਲੱਗਣ ਨਹੀਂ ਦਿੱਤੀ, ਔਰ ਹਜੇ ਤੱਕ ਵੀ ਪੂਰੀ ਤਰ੍ਹਾਂ ਉਹਨਾਂ ਨੇ ਪੱਤੇ ਆਪਣੇ ਖੋਲੇ ਨਹੀਂ ਹੈ। ਤੇ ਘਬਰਾਹਟ ਇਸੇ ਗੱਲ ਦੀ ਹੈ ਕਿ ਜੇਕਰ ਪੱਤੇ ਖੁੱਲ ਗਏ ਤਾਂ ਫਿਰ ਅਸੀਂ ਐਟ ਅ ਟਾਈਮ ਤੇ ਕੀ ਕਰਾਂਗੇ? ਉਹਨਾਂ ਤਿੰਨੇ ਜੱਕੇ ਕੱਢ ਗਿਆ ਮਾਰਨੇ ਆ ਲੋ। ਸੋ ਇਹ ਤਾਂ ਹੁਣ ਦੇਖਦੇ ਆਉਣ ਵਾਲੇ ਵਕਤ ਦੇ ਵਿੱਚ ਕਿ ਕੀ ਹੋਣ ਵਾਲਾ ਹੈ, ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਡਰ ਤਾਂ ਇਹੀ ਹੈ ਕਿ ਆਖਰ ਕੈਪਟਨ ਸਾਹਿਬ ਕਰਨਗੇ ਕੀ। ਸੋ ਵੱਧਦੇ ਆਪਣੇ ਅਗਲੇ ਮੁੱਦੇ ਵੱਲ। ਲਖੀਮਪੁਰ ਖੀਰੀ ਘਟਨਾ, ਸਰ ਹਰ ਕੋਈ ਜਾਣਕਾਰ ਹੈ ਇਸ ਘਟਨਾ ਨੂੰ ਲੈ ਕੇ, ਬੜੀ ਦਰਦਨਾਕ ਜਿਹੜੀ ਸ਼ਰਮਸਾਰ ਕਰਨ ਵਾਲੀ ਘਟਨਾ ਸੀ। ਸੋ ਇਹਨੂੰ ਲੈ ਕੇ ਸੁਪਰੀਮ ਕੋਰਟ ਨੇ ਬੜੀ ਨਾਰਾਜ਼ਗੀ ਜਿਹੜੀ ਹੈ ਦਿਖਾਈ ਹੈ, ਕਿਉਂਕਿ ਉਹਨਾਂ ਨੇ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਕਿਹਾ ਸੀਗਾ ਕਿ ਜਲਦ ਤੋਂ ਜਲਦ ਜਿਹੜੀ ਹੈ ਰਿਪੋਰਟ ਸੌਂਪੀ ਜਾਵੇ। ਤੇ ਮੰਗਲਵਾਰ ਰਾਤ 1 ਵਜੇ ਤੱਕ ਜਿਹੜੇ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੀ ਉਹ ਉਡੀਕਦੇ ਰਹੇ ਰਿਪੋਰਟ ਨੂੰ, ਤੇ ਰਿਪੋਰਟ ਵੀ ਜਿਹੜੀ ਪਹੁੰਚੀ ਲੇਟ ਪਹੁੰਚੀ, ਤੇ ਉੱਤੋਂ ਉਹ ਪੂਰੀ ਵੀ ਨਹੀਂ ਪਹੁੰਚੀ। ਸੋ ਉਹਨਾਂ ਨੇ ਪੂਰੀ ਦੀ ਪੂਰੀ ਉੱਤਰ ਪ੍ਰਦੇਸ਼ ਸਰਕਾਰ ਨੂੰ ਨਾ ਪੂਰੀ ਝਾੜ ਪਾਈ ਹੈ ਕਿ ਤੁਸੀਂ ਇੰਨੀ ਢਿੱਲ ਕਿਉਂ ਵਰਤੀ ਹੋਈ ਹੈ ਇਹ ਘਟਨਾ ਨੂੰ ਲੈ ਕੇ, ਪੂਰੀ ਤਰ੍ਹਾਂ ਦੀ ਜਿਹੜੀ ਜਾਂਚ ਹੈ ਚੰਗੀ ਤਰ੍ਹਾਂ ਕਿਉਂ ਨਹੀਂ ਕਰ ਰਹੇ? ਕੀ ਕਹਿਣਾ ਚਾਹੋਗੇ, ਕਿਉਂ ਢਿੱਲ ਵਰਤੀ? ਜਸਟਿਸ ਰਮन्ना ਆਧਾਰਿਤ ਸੁਪਰੀਮ ਕੋਰਟ ਦੇ 3 ਮੈਂਬਰੀ ਬੈਂਚ ਨੇ, ਜਿਹਦੇ ਵਿੱਚ ਜਸਟਿਸ ਸੰਜੇ ਭੂਸ਼ਣ ਕੌਲ ਔਰ ਜਸਟਿਸ ਹੇਮਾ ਕੋਹਲੀ ਸ਼ਾਮਿਲ ਨੇ, ਉਹਨਾਂ ਨੇ
ਉੱਤਰ ਪ੍ਰਦੇਸ਼ ਦੀ ਸਰਕਾਰ ਦਾ ਜੋ ਰਵੱਈਆ ਹੈ ਇਸ ਜਾਂਚ ਨੂੰ ਲੈ ਕੇ, ਉਹਦੇ ਤੇ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਨੇ। ਇੱਕ 164 ਦੇ ਬਿਆਨ ਹੁੰਦੇ ਨੇ ਜਿਹੜੇ ਮੈਜਿਸਟ੍ਰੇਟ ਦੇ ਸਾਹਮਣੇ ਦਿੱਤੇ ਜਾਂਦੇ ਨੇ। ਜਦੋਂ ਮੈਜਿਸਟ੍ਰੇਟ ਦੇ ਸਾਹਮਣੇ ਕੋਈ ਵੀ ਵਿਟਨੈਸ, ਚਸ਼ਮਦੀਦ ਗਵਾਹ ਉਹ ਬਿਆਨ ਦਿੰਦਾ ਹੈ ਤੇ ਉਹ ਕਲਮਬੰਦ ਹੋ ਜਾਂਦੇ ਨੇ, ਤਾਂ ਉਹਨਾਂ ਨੂੰ ਝੁਠਲਾਉਣਾ ਬਹੁਤ ਔਖਾ ਹੁੰਦਾ। ਉਹਨਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿਉਂਕਿ ਮੈਜਿਸਟ੍ਰੇਟ ਦੇ ਸਾਹਮਣੇ ਦਿੱਤੇ ਹੁੰਦੇ ਨੇ। ਇੱਕ ਬਿਆਨ ਬੰਦਾ ਕੋਤਵਾਲੀ 'ਚ ਦਿੰਦਾ, ਜਿਵੇਂ ਕਿਸੇ ਨੇ ਕੋਈ ਗੁਨਾਹ ਕੀਤਾ, ਕੋਈ ਜੁਰਮ ਕੀਤਾ, ਤੇ ਕੋਤਵਾਲੀ ਦੇ ਵਿੱਚ ਜਿਹੜਾ SHO ਹੈ ਉਹ ਬਿਆਨ ਲਿਖਦਾ, ਉਹ ਕਹਿੰਦਾ ਜੀ ਹਾਂ ਮੈਂ ਇਹ ਕੀਤਾ ਜੀ, ਮੈਂ ਆਹ ਕੀਤਾ ਜੀ, ਮੈਂ ਜੀ ਬੰਦੇ ਨੂੰ ਮਾਰਿਆ ਜੀ, ਉੱਥੋਂ ਮੈਂ ਚਾਕੂ ਲਿਆ ਸੀ, ਇੱਥੋਂ ਮੈਂ ਆਹ ਕੀਤਾ, ਠੀਕ। ਪਰ ਉਹਨਾਂ ਬਿਆਨਾਂ ਦੀ ਕੋਈ ਵਕਤ ਨਹੀਂ ਹੁੰਦੀ। ਉਹ ਮੈਜਿਸਟ੍ਰੇਟ ਦੇ ਸਾਹਮਣੇ ਜਾਂ ਅਦਾਲਤ 'ਚ ਜੱਜ ਦੇ ਸਾਹਮਣੇ ਜਾ ਕੇ ਮੁੱਕਰ ਜਾਂਦਾ। ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ 4 ਜਣਿਆਂ ਦੇ 164 ਧਾਰਾ ਦੇ ਤਹਿਤ ਬਿਆਨ ਦਰਜ ਕਰਵਾ ਲਏ ਮੈਜਿਸਟ੍ਰੇਟ ਦੇ ਸਾਹਮਣੇ, ਤੇ ਬਾਕੀਆਂ 60 ਦੇ ਕਿਉਂ ਨਹੀਂ ਕਰਵਾਏ? ਉਹ ਕਿਉਂ ਨਹੀਂ ਕਰਵਾਏ ਤੁਸੀਂ? ਮਤਲਬ ਜਿਹੜੀ ਬਾਕੀ ਗਿਣਤੀ ਹੈ ਉਹਨੂੰ ਤੁਸੀਂ ਇਗਨੋਰ ਕਿਉਂ ਕੀਤਾ? ਉਹਦੇ ਜਵਾਬ ਦੇ ਵਿੱਚ ਐਡੀਸ਼ਨਲ ਐਡਵੋਕੇਟ ਜਨਰਲ ਗਰਿਮਾ ਪ੍ਰਸਾਦ ਆ ਜਿਹੜੀ ਉੱਤਰ ਪ੍ਰਦੇਸ਼ ਦੀ, ਉਹ ਕਹਿੰਦੀ ਹੈ ਜੀ ਬਈ ਉਹਨੇ ਵੱਖਰੀਆਂ ਵੱਖਰੀਆਂ ਦਲੀਲਾਂ ਦਿੱਤੀਆਂ ਨੇ। ਜਿਹੜੇ ਹਰੀਸ਼ ਸਾਲਵੇ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਜਿਹੜੀ ਪੈਰਵੀ ਕਰਦੇ ਨੇ ਅਦਾਲਤ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ, ਉਹ ਕਹਿੰਦੇ ਨੇ ਜੀ ਗੱਲ ਆਏ ਆ ਵੀ ਮਤਲਬ ਫੋਰੈਂਸਿਕ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ, ਤੇ ਦੂਸਰੀ ਗੱਲ ਇਹ ਹੈ ਕਿ ਮੌਕੇ ਤੇ ਉੱਥੇ ਲੈ ਕੇ ਗਏ ਆ ਜਿਹੜੇ ਮੁਲਜ਼ਮ ਨੇ, ਤੇ ਉਹ ਸਾਰਾ ਸੀਨ ਜਿਹੜਾ ਅਸੀਂ ਕ੍ਰੀਏਟ ਕੀਤਾ, ਇਹ ਜਿਹੜਾ ਸਾਰਾ ਕੁਝ ਡਰਾਮਾ ਹੈ ਨਾ, ਸੁਪਰੀਮ ਕੋਰਟ ਵੀ ਇਹ ਸਮਝਦੀ ਹੈ ਕਿ ਇਹ ਸਿਰਫ ਇਸ ਮੁਕੱਦਮੇ ਨੂੰ ਪੇਤਲਾ ਕਰਨ ਵਾਸਤੇ ਕੀਤਾ ਜਾ ਰਿਹਾ ਡਰਾਮਾ। ਵੱਖਰੇ ਵੱਖਰੇ ਮਾਪਦੰਡ ਨੇ ਵੱਖਰੇ ਵੱਖਰੇ ਲੋਕਾਂ ਵਾਸਤੇ। ਇੱਕ ਦਾਨਸ਼ਵਰ ਦਾ ਕਹਿਣਾ ਹੈ ਕਿ ਕਾਨੂੰਨ ਜਿਹੜਾ ਹੁੰਦਾ ਨਾ, ਇਹ ਸਿਰਫ ਛੋਟੇ ਕੀੜੇ ਮਕੌੜੇ ਜਾਂ ਮੱਛੀਆਂ ਵਾਸਤੇ ਹੁੰਦਾ, ਵੱਡੇ ਮਗਰਮੱਛ ਇਹਦੇ 'ਚ ਕਦੇ ਫਸਿਆ ਨਹੀਂ ਕਰਦੇ। ਮੈਂ ਇਹ ਗੱਲ ਪਹਿਲਾਂ ਵੀ ਤੁਹਾਨੂੰ ਕਹੀ ਸੀ ਕਿ ਇਹ ਜਿਹੜੀ ਸਾਰੀ ਕਵਾਇਦ ਹੋ ਰਹੀ ਹੈ ਕਿ 3 ਦਿਨ ਦਾ ਉਹਦਾ ਰਿਮਾਂਡ ਲਿਆ, ਔਰ ਸੁਪਰੀਮ ਕੋਰਟ ਨੇ ਕਿਹਾ ਕਿ ਪੁਲਿਸ ਰਿਮਾਂਡ, ਯਾਨੀ ਪੁਲਿਸ ਦੀ ਰਿਮਾਂਡ ਜਿਹੜਾ ਪੁਲਿਸ ਲੈਂਦੀ ਹੈ ਮੁਲਜ਼ਮ ਨੂੰ ਲੈ ਕੇ ਜਾਂਦੀ ਹੈ ਪੁੱਛਗਿੱਛ ਵਾਸਤੇ, ਉਹ ਲੰਮੇ ਸਮੇਂ ਤੱਕ ਹੋਣਾ ਚਾਹੀਦਾ ਤਾਂ ਕਿ ਉਸ ਤੋਂ ਪੂਰੀ ਸੱਚਾਈ ਜਿਹੜੀ ਉਗਲਵਾਈ ਜਾ ਸਕੇ। ਲੇਕਿਨ ਉਹਨੂੰ 3 ਦਿਨਾਂ ਬਾਅਦ ਤੁਸੀਂ ਛੱਡਤਾ, ਇਹਦਾ ਮਤਲਬ ਇਹ ਆ ਕਿ ਉਹ ਹੁਣ ਇਸ ਗੱਲੋਂ ਬਰੀ ਹੈ ਤੇ ਉਹਨੂੰ ਕੁਝ ਨਹੀਂ। ਔਰ ਉਹਦੇ ਨਾਲ ਜੋ ਸਲੂਕ ਹੋਇਆ ਉਹ ਸਾਰੇ ਲੋਕਾਂ ਦੇ ਸਾਹਮਣੇ ਹੈ। ਉਹ ਜਿਵੇਂ ਕੋਈ VIP ਬੰਦਾ ਹੁੰਦਾ, ਮਤਲਬ ਬੜੀ ਧੌਂਸ ਨਾਲ ਤੁਰਦਾ ਹੈ, ਉਹਦਾ ਮੇਰਾ ਕੱਖ ਨਹੀਂ ਵਿਗਾੜ ਸਕਦਾ। ਜਿਹੜੇ ਉਹਨਾਂ ਦੇ ਪਿਤਾ ਜੀ ਨੇ, ਆਸ਼ੀਸ਼ ਮਿਸ਼ਰਾ ਦੇ ਪਿਤਾ ਜੀ ਨੇ, ਜਿਹੜੇ ਗ੍ਰਹਿ ਮੰਤਰੀ ਨੇ, ਰਾਜ ਗ੍ਰਹਿ ਮੰਤਰੀ ਨੇ ਕੇਂਦਰ ਸਰਕਾਰ ਦੇ ਵਿੱਚ, ਅਜੇ ਮਿਸ਼ਰਾ, ਟਿੱਲ ਲਾ ਲਿਆ, ਰੇਲ ਅੰਦੋਲਨ ਵੀ ਹੋ ਗਿਆ, 6 ਘੰਟੇ ਰੇਲਾਂ ਵੀ ਜਾਮ ਰਹੀਆਂ, ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ, ਔਰ ਉਹ ਬੰਦਾ ਅਜੇ ਵੀ ਕੈਬਨਿਟ 'ਚ ਬਰਕਰਾਰ ਹੈ। ਇੱਥੋਂ ਸਾਫ਼ ਜ਼ਾਹਿਰ ਹੈ ਕਿ ਹੁਕੂਮਤ ਹੈ ਜਿਹੜੀ, ਇਹ ਪਿਓ ਪੁੱਤਾਂ ਦੀ ਤਰਫਦਾਰ ਹੈ ਔਰ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦੇਵੇਗੀ। ਸੁਪਰੀਮ ਕੋਰਟ ਦੇ ਵਿੱਚ ਜਦੋਂ ਕੋਈ ਫੈਸਲਾ ਹੁੰਦਾ ਹੈ ਤਾਂ ਉਹ ਤੱਥਾਂ ਤੇ ਸਬੂਤਾਂ ਦੇ ਆਧਾਰ ਤੇ ਹੁੰਦਾ ਜਾਂ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਤੇ ਆਧਾਰਿਤ ਹੁੰਦਾ। ਤੇ ਜਦੋਂ ਇਹ ਸਾਰੀਆਂ ਗੱਲਾਂ ਹੀ ਨਹੀਂ ਹੋਣਗੀਆਂ, ਬਿਲਕੁਲ ਦੇਖਿਆ ਹੋਣਾ ਵੱਡੇ ਵੱਡੇ ਸੰਗੀਨ ਮਾਮਲਿਆਂ ਦੇ ਵਿੱਚ ਜਿਹੜੇ ਚਸ਼ਮਦੀਦ ਗਵਾਹ ਹੁੰਦੇ ਨੇ, ਜਾਂ ਤਾਂ ਉਹ ਮੁੱਕਰ ਜਾਂਦੇ ਨੇ ਜਾਂ ਖਤਮ ਕਰ ਦਿੱਤੇ ਜਾਂਦੇ ਨੇ, ਜਾਂ ਪੈਸਾ ਦੇ ਕੇ ਉਹਨਾਂ ਨੂੰ ਖਾਮੋਸ਼ ਕਰ ਦਿੱਤਾ ਜਾਂਦਾ। ਔਰ ਜਦੋਂ ਤੱਕ ਉਹਦਾ ਫੈਸਲਾ ਹੁੰਦਾ ਉਦੋਂ ਤੱਕ ਕਈ ਨਸਲਾਂ ਬੀਤ ਗਈਆਂ ਹੁੰਦੀਆਂ ਨੇ, ਬਿਲਕੁਲ ਯੁੱਗ ਬੀਤ ਜਾਂਦੇ ਕਈ ਵਾਰੀ। ਉਹ ਇਸ ਕਰਕੇ ਸੋ ਇਹ ਤਰਾਸਦੀ ਵੀ ਹੈ ਸਾਡੀ ਨਿਆਂ ਪ੍ਰਣਾਲੀ। ਸਾਡੀ ਨਿਆਂ ਪ੍ਰਣਾਲੀ ਦੀ ਤਰਾਸਦੀ ਇਹ ਹੈ ਕਿ ਦੇਖੋ, ਇੱਕ ਚੀਫ ਜਸਟਿਸ, ਸਾਬਕਾ ਚੀਫ ਜਸਟਿਸ ਹੁਣ ਤੱਕ ਕਵਾਂਗੇ, ਜਦੋਂ ਉਹ ਚੀਫ ਜਸਟਿਸ ਸੀ ਸ਼੍ਰੀ ਰੰਜਨ ਗੋਗੋਈ, ਉਸ ਵੇਲੇ ਹੋਰ ਕਈ ਵਰਿਸ਼ਠ ਜੱਜਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਇਹ ਕਿਹਾ ਸੀਗਾ ਕਿ ਲੋਕਤੰਤਰ ਖਤਰੇ 'ਚ ਹੈ ਔਰ ਅਸੀਂ ਆਪਣਾ ਦਾਇਤਵ, ਆਪਣੀ ਜ਼ਿੰਮੇਵਾਰੀ ਜਿਹੜੀ ਕਿ ਲੋਕਾਂ ਪ੍ਰਤੀ ਡੈਮੋਕ੍ਰੇਸੀ ਸਾਡੀ ਬਣਦੀ ਹੈ, ਉਹਨੂੰ ਅਸੀਂ ਸਾਹਮਣੇ ਰੱਖ ਕੇ ਬਿਆਨ ਦੇ ਰਹੇ ਹਾਂ। ਔਰ ਇਹ ਪਹਿਲੀ ਵਾਰੀ ਹੋਇਆ ਸੀ ਜਦੋਂ ਕਿ ਹੜਕੰਬ ਮਚ ਗਿਆ ਸੀ ਕਿ ਸੁਪਰੀਮ ਕੋਰਟ ਦੇ ਵਰਿਸ਼ਠ ਜੱਜ ਜਿਹੜੇ ਕਿ ਉਦੋਂ ਮਤਲਬ ਚੀਫ ਜਸਟਿਸ ਨਹੀਂ ਬਣੇ ਸੀ ਸ਼੍ਰੀ ਰੰਜਨ ਗੋਗੋਈ, ਤਾਂ ਉਹ ਇਹ ਬਿਆਨ ਦੇ ਰਹੇ ਨੇ ਕਿ ਲੋਕਤੰਤਰ ਖਤਰੇ 'ਚ ਹੈ ਔਰ ਸਰਕਾਰ ਦੀ ਦਖਲਅੰਦਾਜ਼ੀ ਹੈ। ਬਾਅਦ ਦੇ ਵਿੱਚ ਸ਼੍ਰੀ ਰੰਜਨ ਗੋਗੋਈ ਜਦੋਂ ਚੀਫ ਜਸਟਿਸ ਬਣੇ ਦੀਪਕ ਮਿਸ਼ਰਾ ਤੋਂ ਬਾਅਦ, ਤਾਂ ਉਹਨਾਂ ਨੇ ਅਜਿਹੇ ਫੈਸਲੇ ਕੀਤੇ ਜਿਹੜੇ ਲੋਕਾਂ ਨੂੰ ਨਾਗਵਾਰ ਗੁਜ਼ਰੇ। ਉਹਨਾਂ ਨੂੰ ਲੋਕਾਂ ਨੂੰ ਲੱਗਿਆ, ਦੇਸ਼ ਦੇ ਲੋਕਾਂ ਨੂੰ, ਕਿ ਇਹ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਫੈਸਲੇ ਨਹੀਂ ਹਨ। ਸੇਵਾ ਮੁਕਤੀ ਤੋਂ ਬਾਅਦ ਉਹਨਾਂ ਨੂੰ ਰਾਜ ਸਭਾ ਦੀ ਮੈਂਬਰੀ ਨਾਲ ਨਵਾਜ਼ਿਆ ਗਿਆ। ਕਿੱਥੇ ਸੁਪਰੀਮ ਕੋਰਟ ਦਾ ਇੱਕ ਚੀਫ ਜਸਟਿਸ, ਕਿੱਥੇ ਉਹ ਰਾਜ ਸਭਾ ਦੀ ਮੈਂਬਰੀ ਲੈ ਕੇ ਬੈਠ ਗਿਆ।
ਉਦੋਂ ਵੀ ਉਹਨਾਂ ਦੀ ਬੜੀ ਨੁਕਤਾਚੀਨੀ ਹੋਈ। ਹੂੰ ਜਦੋਂ ਕੋਈ ਜੱਜ ਕਿਸੇ ਸਿਆਸਤਦਾਨ ਦੀ ਹਾਜ਼ਰੀ 'ਚ ਹੂੰ ਉਸ ਦੀ ਤਾਰੀਫ ਕਰਦਾ ਹੈ ਤਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਉਹ ਆਪਣੇ ਅਹੁਦੇ ਦੀ ਗਰਮ ਹੈ ਜਿਹੜੀ, ਹੂੰ ਉਹਦਾ ਜਿਹੜਾ ਜਾਹੋ ਜਲਾਲ ਹੈ, ਜੋ ਰੁਤਬਾ ਹੈ, ਹੂੰ ਉਹਦੀ ਹੇਠੀ ਕਰ ਰਿਹਾ ਹੁੰਦਾ। ਹੂੰ ਤੋ ਇਸ ਤਰ੍ਹਾਂ ਦੀਆਂ ਬੜੀਆਂ ਘਟਨਾਵਾਂ ਨੇ। ਹੂੰ ਇਨਸਾਫ ਤੇ ਕਾਨੂੰਨ ਹੂੰ ਸਿਰਫ ਸਧਾਰਨ ਲੋਕਾਂ ਵਾਸਤੇ ਜ਼ਿਆਦਾ ਕੰਮ ਕਰਦਾ ਹੈ। ਹੂੰ ਜਿਹੜੇ ਵੱਡੇ ਲੋਕ ਹੁੰਦੇ ਨੇ ਪਹੁੰਚ ਵਾਲੇ, ਹੂੰ ਉਹਨਾਂ ਤੇ ਇਹਦਾ ਅਸਰ ਘੱਟ ਹੁੰਦਾ ਘੱਟ ਹੈ। ਹੋ ਜਾਂਦਾ। ਇਹੀ ਕਾਰਨ ਹੈ ਕਿ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਅਜੇ ਤੱਕ ਕੈਬਨਿਟ ਚੋਂ ਕੱਢਿਆ ਨਹੀਂ ਗਿਆ। ਨਹੀਂ ਕੱਟਿਆ। ਸਰਕਾਰ ਇਹ ਚਾਹੁੰਦੀ ਹੈ ਕਿ ਜੇ ਅਸੀਂ ਇਸ ਤਰ੍ਹਾਂ ਕਰਨ ਲੱਗੇ ਤਾਂ ਕਿਹਨੂੰ ਕੱਢਾਂਗੇ, ਬਿਲਕੁਲ, ਕਿਉਂਕਿ ਇੱਥੇ ਤਾਂ ਬੜੇ ਇਹ ਕਿਉਂਕਿ ਜਿਹੇ ਅਜੇ ਜਿੰਨਾ ਮਿਸ਼ਰਾ ਨੇ। ਉੱਪਰ ਜਾਣਾ ਉਹਨਾਂ ਜਿਹੜਾ ਪ੍ਰਭਾਵ ਹੈ ਉਹ ਘਟਦਾ ਜਾਂਦਾ ਹੈ। ਤਾਂ ਸੁਪਰੀਮ ਕੋਰਟ ਦੀ ਇਹ ਟਿੱਪਣੀ ਹੈ ਜਿਹੜੀ ਬੜੀ ਅਹਿਮ ਹੈ। ਹੂੰ ਪਰ ਸੁਪਰੀਮ ਕੋਰਟ ਦੀ ਟਿੱਪਣੀ ਜਿਹੜੀ ਹੈ ਇਹਦੇ ਅਸਰਾਤ ਵੀ ਜਿਹੜੇ ਨੇ ਬੜੇ ਮਾਰੂ ਹੋ ਸਕਦੇ ਨੇ ਹੂੰ ਉੱਤਰ ਪ੍ਰਦੇਸ਼ ਸਰਕਾਰ ਵਾਸਤੇ। ਵਾਸਤੇ ਜੀ। ਜੇ ਕੋਈ ਚਸ਼ਮਦੀਦ ਗਵਾਹ, ਜਿਵੇਂ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਹੂੰ ਕਿ ਸਭ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਹੂੰ ਉਹਨਾਂ ਦੇ ਬਿਆਨਾਤ ਨੇ ਜਿਹੜੇ ਰਿਕਾਰਡ ਕੀਤੇ ਜਾਣ, ਜੀ ਜਿਹੜੇ ਕਿ ਘਟਨਾ ਨਾਲ ਸੰਬੰਧਿਤ ਨੇ। ਜੀ। ਜੇ ਉਹ ਨਹੀਂ ਮੁੱਕਰਦਾ, ਹੂੰ ਜੇ ਉਹ ਆਪਣਾ ਬਿਆਨ ਲਾਲਚ 'ਚ ਨਹੀਂ ਬਦਲਦਾ, ਹੂੰ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਵਿਅਕਤੀ ਜਿਹਨੂੰ ਸਮਝਿਆ ਜਾ ਰਿਹਾ ਮੁਲਜ਼ਮ ਹੈ ਹੂੰ ਔਰ ਪਿੱਛੋਂ ਜਿਸਨੇ ਜੀਪ ਲਿਆ ਕੇ ਮਾਰ ਦਿੱਤਾ। ਸ਼ਾਂਤਮਈ ਢੰਗ ਨਾਲ ਤੁਰੇ ਜਾ ਰਹੇ ਕਿਸਾਨਾਂ ਨੂੰ ਦਰੜਿਆ, ਦਰੜਿਆ। ਤਾਂ ਫਿਰ ਉਹ ਕਾਨੂੰਨ ਦੇ ਸ਼ਿਕੰਜੇ 'ਚ ਬਸ ਨਹੀਂ ਸਕੇਗਾ। ਹੂੰ ਪਰ ਜੇ ਕੋਈ ਲਾਲਚ ਵਸ, ਹੂੰ ਕਿਸੇ ਵੀ ਲਾਲਚ ਵਸ ਆਪਣੇ ਬਿਆਨ ਤੋਂ ਮੁੱਕਰ ਗਿਆ ਮੁੱਕਰ ਗਿਆ। ਕਿ ਅੱਜ ਮੈਂ ਤਾਂ ਹੈ ਨਹੀਂ ਸੀ ਮੌਕੇ ਤੇ, ਮੈਨੂੰ ਤਾਂ ਜੀ ਪਤਾ ਨਹੀਂ ਕੌਣ ਸੀ, ਉਸ ਵੇਲੇ ਜੀ ਮੈਨੂੰ ਦਿਸਦਾ ਨਹੀਂ ਸੀਗਾ, ਉਸ ਵੇਲੇ ਧੁੰਦ ਜੀ ਸੀਗੀ ਜੀ, ਮੈਂ ਕੋਈ ਦੇਖ ਨਹੀਂ ਸਕਿਆ, ਇੱਕ ਬੰਦਾ ਸੀਗਾ ਕਿ ਦੋ ਬੰਦੇ ਸੀ ਜੀ ਪਤਾ ਨਹੀਂ, ਗੱਡੀ ਤਾਂ ਮੈਂ ਵੇਖੀ ਸੀ ਜੀ ਪਰ ਗੱਡੀ ਕਿਹੜੀ ਸੀ ਜੀ ਮੈਨੂੰ ਨਹੀਂ ਪਤਾ। ਇਹ ਗੋਲ-ਮੋੜ ਜੇ ਬਿਆਨ ਹੁੰਦੇ ਆ ਬਚਾਉਣ ਵਾਸਤੇ, ਤੇ ਉਹਦੇ ਫਿਰ ਸੁਪਰੀਮ ਕੋਰਟ ਵੀ ਵਿਚਾਰੀ ਕੀ ਕਰੇਗੀ। ਬਿਲਕੁਲ ਜੀ, ਕਿਉਂਕਿ ਸਾਡੀ ਜਿਹੜੀ ਨਿਆਂ ਪ੍ਰਣਾਲੀ ਹੈ ਉਹ ਹਮੇਸ਼ਾ ਤੱਥਾਂ ਤੇ ਸਬੂਤਾਂ ਤੇ ਚਸ਼ਮਦੀਦ ਗਵਾਹਾਂ ਦੇ ਉੱਤੇ ਹੀ ਨਿਰਭਰ ਕਰਦੀ ਹੈ ਤੇ ਫੇਰ ਹੀ ਆਪਣਾ ਫੈਸਲਾ ਸੁਣਾਉਂਦੀ ਹੈ। ਸੋ ਇਹੀ ਹੈ, ਇਹੀ ਤਰਾਸਦੀ ਵੀ ਨੂੰ ਅਸੀਂ ਕਹਿ ਸਕਦੇ ਹਾਂ। ਜੀ ਜੀ। ਸੋ ਵੱਧਦੇ ਹਾਂ ਅਗਲੇ ਮੁੱਦੇ ਵੱਲ। ਸਰ, ਅਸੀਂ ਅੱਗੇ ਵੀ ਕਈ ਵਾਰ ਗੱਲ ਕੀਤੀ ਹੈ ਡੇਰੇਵਾਦ ਦੇ ਬਾਰੇ, ਹਨਾ, ਉਹਦੇ ਕਾਰਨ ਜਿਹੜੇ ਕੀ ਉਹਦੇ ਪਿੱਛੇ ਕਾਰਨ ਨੇ, ਲੋਕਾਂ ਦੀ ਕਿਹੜੀ ਮਾਨਸਿਕਤਾ ਜੁੜੀ ਹੁੰਦੀ, ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਪਰ ਅੱਜ ਮੈਂ ਗੱਲ ਕਰਨ ਲੱਗੀ ਹਾਂ ਤੁਹਾਡੇ ਨਾਲ ਸਾਹਿਤਿਕ ਡੇਰਾਵਾਦ ਦੀ। ਮੈਂ ਸੁਣਿਆ ਹੈ ਕਿ ਸਾਹਿਤਿਕ ਡੇਰਾਵਾਦ ਵੀ ਜਿਹੜਾ ਹੈ ਕਾਫੀ ਅੱਜ ਕੱਲ ਪ੍ਰਚਲਨ ਦੇ ਵਿੱਚ ਹੈ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਸਾਹਿਤਿਕ ਡੇਰਾਵਾਦ ਹੁੰਦਾ ਕੀ? ਸਾਹਿਤਿਕ ਡੇਰਾਵਾਦ ਵੀ ਐਂ ਹੁੰਦਾ ਜਿਵੇਂ ਆਹ ਡੇਰਾਵਾਦ ਹੈ ਜੀ, ਠੀਕ ਹੈ। ਹਰ ਡੇਰੇ 'ਚ ਇੱਕ ਬੂਬਨਾ ਬੈਠਾ ਹੁੰਦਾ, ਹੂੰ ਉਹਦਾ ਇੱਕ ਨਾਮ ਸ਼ਬਦ ਹੁੰਦਾ, ਹੂੰ ਉਹਦੇ ਪਿੱਛੇ ਅੰਨੇ ਬੌਲੇ ਬੰਦਿਆਂ ਦਾ ਇੱਕ ਵਗ ਹੁੰਦਾ, ਹੂੰ ਜਿਨ੍ਹਾਂ ਨੂੰ ਉਹ ਕਹਿੰਦਾ ਵੀ ਤੁਸੀਂ ਐਂ ਕਰੋ, ਮਾਇਆ ਮੈਨੂੰ ਦੇਈ ਚੱਲੋ ਹੂੰ ਤੇ ਆਪ ਭਵਸਾਗਰ ਪਾਰ ਹੋ ਜਾਓ, ਜੀ ਕਿਉਂਕਿ ਮਾਇਆ ਭਵਸਾਗਰ ਪਾਰ ਨਹੀਂ ਕਰਨ ਦਿੰਦੀ, ਬੋਝ ਬਾਹਲਾ ਵੱਧ ਜਾਂਦਾ। ਜੀ। ਇਸੇ ਤਰ੍ਹਾਂ ਹੀ ਸਾਹਿਤਕ ਡੇਰਾਵਾਦ ਆ ਜਿਹੜਾ, ਸਾਹਿਤਕ ਬੰਦਿਆਂ ਦੇ ਕੁਝ ਡੇਰੇ ਨੇ, ਜੀ। ਉਹਨਾਂ ਡੇਰਿਆਂ ਦਾ ਇੱਕ ਚਿੱਕੜ ਚੌਧਰੀ ਹੁੰਦਾ, ਹੂੰ ਜਿਹਦੇ ਮਗਰ ਇੱਕ ਇਸੇ ਤਰ੍ਹਾਂ ਹੀ ਛੋਟਾ ਸਾਹਿਤ ਕਰਮੀਆਂ ਦਾ, ਕਵੀਆਂ ਦਾ, ਲੇਖਕਾਂ ਦਾ, ਵਾਰਤਕਾਰਾਂ ਦਾ ਇੱਕ ਵਗ ਹੁੰਦਾ ਜੀ। ਆਪਣੇ ਆਪਣੇ ਇਹਨਾਂ ਦੇ ਖੈਮੇ ਹੁੰਦੇ ਆ। ਹੂੰ ਪਹਿਲਾਂ ਦਿੱਲੀ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਇੱਕ ਡੇਰਾ ਹੁੰਦਾ ਸੀ। ਅੱਛਾ ਜੀ। ਜਿਹਦੇ ਵਿੱਚ ਇਸ਼ਕ 'ਚ ਮਾਰੀਆਂ ਕਲਮਾਂ ਜਿਹੜੀਆਂ ਸੀ ਉਹ ਉਸ ਡੇਰੇ 'ਚ ਪਹੁੰਚਦੀਆਂ ਸੀ। ਉੱਥੇ ਜਾ ਕੇ ਫਿਰ ਉਹ ਕਹਾਣੀਆਂ ਸੁਣਾਉਂਦੇ ਸੀ ਵੀ ਜੀ ਮੇਰੀ ਕਵਿਤਾ ਜਿਹੜੀ ਨਾਗਮਣੀ ਛਾਪੋ, ਕਿਉਂਕਿ ਮੇਰੀ ਮਹਿਬੂਬ ਕੁੜੀ ਹੈ ਜਿਹੜੀ ਉਹ ਮੈਨੂੰ ਛੱਡ ਕੇ ਚਲੀ ਗਈ ਹੈ ਔਰ ਮੈਂ ਰੁਦਨ ਕਰਦਾ ਰਹਿਣਾ, ਤਾਂ ਫਿਰ ਉਹੋ ਜਿਹੀਆਂ ਕਵਿਤਾਵਾਂ ਲਿਖਦੀ ਸੀ, ਉਹ ਛਾਪਦੀ ਸੀ। ਉਹਦੇ ਵਿੱਚ ਬੜਾ ਇਹੋ ਜਿਹਾ ਮਤਲਬ ਮਟੀਰੀਅਲ ਛਪਦਾ ਸੀ, ਚੰਗਾ ਵੀ ਹੁੰਦਾ ਸੀ, ਪਰ ਕਿਉਂਕਿ ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਇਸ਼ਕ ਮੁਹੱਬਤ ਦੀ ਅਲੰਬਰਦਾਰ ਸਮਝਦੀ ਸੀ, ਰਲ ਗਈ ਸੀ ਇਸ ਵਿੱਚ ਇੱਕ ਬੂੰਦ ਤੇਰੇ ਇਸ਼ਕ ਦੀ, ਇਸ ਲਈ ਮੈਂ ਜ਼ਿੰਦਗੀ ਦੀ ਸਾਰੀ ਕੁੜੱਤਣ ਪੀ ਲਈ। ਤਾਂ ਬਹੁਤ ਵਾਰੀ ਅੰਮ੍ਰਿਤਾ ਪ੍ਰੀਤਮ ਨੇ ਸਿਗਟਾਂ ਨਾਲੋਂ ਵੀ, ਸਿਗਟਾਂ ਦੀ ਰਾਖ ਨਾਲੋਂ ਵੀ ਨਜ਼ਮਾਂ ਝਾੜੀਆਂ। ਤਾਂ ਉਹਨਾਂ ਦਾ ਇਹ ਵਿਸ਼ਵਾਸ ਸੀ, ਵੈਸੇ ਤਾਂ ਗੱਲ यूनिवर्सल ट्रुथ है कि मोहब्बत से ही पाई है शिफा बीमार कौमों ने, किया है अपने वक्त खुफ्ता को बेदार कौमों ने। मोहब्बत हर चीज का आधार है। तो उस हिसाब नाल अमृता प्रीतम का बड़ा डेरा सी बड़ा प्रफुल्लित होया। फिर एक हरभजन सिंह सीगे उन्हां दा डेरा, फिर सतिंदर सिंह नूर आ गए उन्हां दा डेरा, तो डेरे बनते गए। फिर डेरियां दे विच की होण लग पिया कि इह दलित ਸਾਹਿਤਕਾਰਾਂ ਦਾ ਡੇਰਾ, ਇਹ ਜੱਟ ਸਾਹਿਤਕਾਰਾਂ ਦਾ ਡੇਰਾ, ਇਹ ਫਿਰ ਪ੍ਰਧਾਨਗੀਆਂ ਸਕੱਤਰੀਆਂ ਵਾਸਤੇ ਲੜਨ ਲੱਗ ਗਏ। ਫਿਰ ਇੱਕ ਲੁਧਿਆਣੇ ਡੇਰਾ ਬਣ ਗਿਆ, ਫਿਰ ਚੰਡੀਗੜ੍ਹ ਡੇਰਾ ਬਣ ਗਿਆ, ਅੰਮ੍ਰਿਤਸਰ ਇੱਕ ਡੇਰਾ ਬਣ ਗਿਆ, ਇਹ ਡੇਰੇ ਬਣ ਗਏ। ਫਿਰ ਕੀ ਹੋ ਗਿਆ, ਜੁਗਾੜਬੰਦੀਆਂ ਸ਼ੁਰੂ ਹੋ ਗਈਆਂ ਇਨਾਮ ਲੈਣ ਵਾਸਤੇ। ਇਨਾਮ ਸਾਹਿਤਕ ਉਹਨੂੰ ਮਿਲਦਾ ਹੁੰਦਾ ਜਿਹਦਾ ਕੋਈ ਨਾ ਕੋਈ ਜੁਗਾੜ ਹੋਵੇ। ਤਾਂ
ਉਹਦੇ ਵਾਸਤੇ ਬੜਾ ਕੁਝ ਕਰਨਾ ਪੈਂਦਾ। ਪਹਿਲਾਂ ਤਾਂ ਇਹ ਹੁੰਦਾ ਕਿ ਤੁਸੀਂ ਇਹ ਦੇਖੋ ਵੀ ਉੱਥੇ ਕਿਹੜੇ ਬੰਦੇ ਇਨਾਮ ਦੇਣ ਵਾਲੀ ਕਮੇਟੀ 'ਚ ਸ਼ਾਮਿਲ ਹੋਣਗੇ, ਉਹਦੇ ਤੱਕ ਪਹੁੰਚ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। ਜੇ ਉਹਦੀ ਕੋਈ ਮੰਗ ਹੈ ਤਾਂ ਪੂਰੀ ਕੀਤੀ ਜਾਂਦੀ ਹੈ, ਠੀਕ ਹੈ। ਇਸ ਕਰਕੇ ਇਹ ਇਨਾਮ ਵੀ ਜਿਹੜੇ ਬਹੁਤ ਸਾਰੇ ਐਸੇ ਕਵੀਆਂ ਸਾਹਿਤਕਾਰਾਂ ਨੂੰ ਮਿਲ ਗਏ ਜਿਨ੍ਹਾਂ ਨੇ ਕੀਤਾ ਹੀ ਕੱਖ ਨਹੀਂ ਸੀ, ਪਰ ਕਿਉਂਕਿ ਉਹ ਇੱਕ ਡੇਰੇ ਦੇ ਮੁਰੀਦ ਸਨ, ਇਸ ਕਰਕੇ ਉਹ ਲਾਈਮਲਾਈਟ 'ਚ ਆ ਗਏ, ਪਹੁੰਚ ਗਈ ਉੱਥੇ ਤੱਕ। ਤੇ ਬਾਕੀ ਉਹਨਾਂ ਨੇ ਕਵਿਤਾ ਇਹੋ ਜਿਹੀ ਲਿਖੀ ਜਿਹੜੀ ਉਹਨਾਂ ਨੂੰ ਆਪ ਨੂੰ ਸਮਝ ਨਹੀਂ ਆਈ। ਜੀ, ਬਹੁਤ ਸਾਰਾ ਸਾਹਿਤ ਇਹੋ ਜਿਹਾ ਲਿਖਿਆ ਜਾ ਰਿਹਾ ਹੈ ਜਿਹੜਾ ਲਿਖਣ ਵਾਲੇ ਨੂੰ ਵੀ ਸਮਝ ਨਹੀਂ ਆਉਂਦਾ, ਬਾਕੀ ਕਿਸੇ ਪਾਠਕ ਨੂੰ ਤਾਂ ਉਹ ਕੀ ਸਮਝ ਆਊਗਾ। ਤੁਸੀਂ ਵੇਖੋ ਸਾਡਾ ਬਹੁਤ ਇੱਕ ਦਿਵਾਲੀਆਪਣ ਕਿ ਅਸੀਂ ਸਾਹਿਤ ਨੂੰ ਵੀ ਜੱਟ ਸਾਹਿਤ, ਦਲਿਤ ਸਾਹਿਤ 'ਚ ਵੰਡਤਾ। ਬਿਲਕੁਲ। ਜਿਵੇਂ ਅਸੀਂ ਸਿਆਸਤ ਵਾਲਿਆਂ ਨੇ ਜਿਹੜੇ ਕਿਰਪਾਨਾਂ ਪਾਈ ਫਿਰਦੇ ਨੇ, ਕਛਹਿਰੇ ਪਾਈ ਫਿਰਦੇ ਨੇ, ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਿੰਦੇ ਨੇ, ਉਹ ਵੀ ਕਹਿੰਦੇ ਨਹੀਂ ਸਾਡਾ ਇਹ ਦਲਿਤ ਉਮੀਦਵਾਰ ਹੋਊਗਾ ਜੀ, ਅਸੀਂ ਇਹਨੂੰ ਜੀ ਇਹ ਮਤਲਬ ਜਿਹੜੀ ਰਿਜ਼ਰਵ ਕੈਟਾਗਰੀ ਆ ਉਹਦੇ 'ਚ ਇਹਨੂੰ ਖੜਾ ਕਰਾਂਗੇ, ਇਹ ਸਾਡਾ ਦਲਿਤ ਨੁਮਾਇੰਦਾ ਜੀ। ਮਤਲਬ ਸਾਰਾ ਕੁਝ ਜਿਹੜਾ ਹੈ ਉਹ ਤਹਿਸ ਨਹਿਸ ਹੋ ਗਿਆ। ਪੰਜਾਬੀ ਸਾਹਿਤਕਾਰ ਨੇ ਜਿਹੜੇ, ਜਦੋਂ ਇਹ ਕਿਸੇ ਸਾਹਿਤ ਸਭਾ ਦੀ ਚੋਣ ਹੁੰਦੀ ਹੈ ਉਦੋਂ ਸ਼ਰਾਬਾਂ ਦੇ ਦੌਰ ਚੱਲਦੇ ਨੇ, ਬੜੇ ਮਤਲਬ ਵੱਡੇ ਹੋਟਲਾਂ ਦੇ ਵਿੱਚ ਵੋਟਰਾਂ ਨੂੰ ਪ੍ਰਧਾਨ ਬਣਨ ਵਾਸਤੇ ਜਾਂ ਸਕੱਤਰ ਬਣਨ ਵਾਸਤੇ ਪਲੂਸਿਆ ਜਾਂਦਾ ਜੀ, ਮਹਿੰਗੀ ਦਾਰੂ, ਮੁਰਗੇ ਵਗੈਰਾ ਵਗੈਰਾ। ਔਰ ਫਿਰ ਇੱਕ ਹੋਰ ਵੀ ਹੈ, ਆਪਣੇ ਆਪ ਨੂੰ ਉਹ ਇਹ ਸਮਝਦੇ ਨੇ ਕਿ ਉਹ ਚਾਨਣ ਦੇ ਰਹੇ ਨੇ, ਲੋਕਾਂ ਨੂੰ ਚਾਨਣ ਵੰਡ ਰਹੇ ਨੇ ਜੀ, ਪਰ ਹਰ ਬੰਦੇ ਨਾਲ ਇੱਕ ਨਾ ਕੋਈ ਕਹਾਣੀ ਜੁੜੀ ਹੋਈ ਹੈ। ਉਹ ਕਹਾਣੀ, ਉਹਨਾਂ ਕਹਾਣੀਆਂ ਬਾਰੇ ਬੜੀਆਂ ਕਿਤਾਬਾਂ ਵੀ ਲਿਖੀਆਂ ਜਾ ਚੁੱਕੀਆਂ ਨੇ। ਆ ਪਿੱਛੇ ਜੇ ਮਤਲਬ ਇੱਕ ਖਿੱਦੋ ਖੁੰਡੀ ਪਤਾ ਨਹੀਂ ਇਸ ਤਰ੍ਹਾਂ ਦੀ ਕੋਈ ਕਿਤਾਬ ਆਈ ਹੈ ਜਿਹਦੇ ਵਿੱਚ ਮਤਲਬ ਬੜੀ ਆਲੋਚਨਾ ਕੀਤੀ ਗਈ ਹੈ। ਕਿਸ ਚੀਜ਼ ਦੀ ਆਲੋਚਨਾ? ਸਾਹਿਤਕਾਰਾਂ ਦੇ ਜੀਵਨ ਦੀ ਹੈ। ਇਸੇ ਤਰ੍ਹਾਂ ਇੱਕ ਸੁਪਨਾ ਮਛਲੀ ਦਾ ਉਹਦੇ ਤੇ ਜਿਹਨੇ ਵੀ ਲਿਖੀ ਸੀ ਕਿਤਾਬ, ਉਹਦੇ ਸ਼ਿਵ ਬਟਾਲਵੀ ਦੀ ਨਿੱਜੀ ਜ਼ਿੰਦਗੀ ਨੂੰ ਬੜਾ ਭੰਡਿਆ ਗਿਆ। ਤਾਂ ਇਹੋ ਜਿਹੇ ਕੁਝ ਜਿਹੜੇ ਸਾਹਿਤਕਾਰ ਨੇ ਉਹਨਾਂ ਦਾ ਕੰਮ ਸਿਰਫ ਇਹ ਹੈ ਕਿ ਦੂਜਿਆਂ ਦੀ ਜ਼ਿੰਦਗੀ ਨੂੰ ਉਛਾਲਣਾ, ਉਹਨਾਂ ਦੀਆਂ ਪਰਤਾਂ ਨੂੰ ਬੇਨਕਾਬ ਕਰਨਾ, ਇਹਦੇ 'ਚ ਸਵਾਦ ਲੈਂਦੇ ਨੇ। ਤੇ ਗੰਦੀਆਂ ਗੱਲਾਂ ਲਿਖ ਕੇ ਉਹ ਸਮਝਦੇ ਨੇ ਕਿ ਬਹੁਤ ਵੱਡੇ ਅਸੀਂ ਸਾਹਿਤਕਾਰ ਬਣ ਗਏ। ਕਾਮ ਉਕਸਾਊ ਸਾਹਿਤ ਜਿਹੜਾ ਹੈ ਉਹ ਇੱਕ ਵੱਖਰੀ ਵਿਧਾ ਹੈ। ਜਿਹੜਾ ਬੰਦਾ ਕਿਸੇ ਡੇਰੇ ਦਾ ਮੁਰੀਦ ਨਹੀਂ, ਉਹ ਜ਼ਿੰਦਗੀ ਦੇ ਵਿੱਚ ਕਦੇ ਉਹਨੂੰ ਕਾਮਯਾਬੀ ਨਹੀਂ ਮਿਲਦੀ। ਕਾਮਯਾਬੀ ਮੈਂ ਉਸ ਸੰਦਰਭ 'ਚ ਕਹਿ ਰਿਹਾ ਕਿ ਉਹ ਕਦੇ ਕਿਸੇ ਨੂੰ ਉਹਨੂੰ ਕੋਈ ਨਾਮ ਨੂੰ ਨਹੀਂ ਮਿਲਦਾ ਹੁੰਦਾ। ਉਹ ਲੋਕਪ੍ਰਿਯਤਾ ਹੋ ਜਾਵੇ, ਲੋਕ ਉਹਨੂੰ ਚਾਹਣਗੇ, ਲੋਕ ਉਹਦੀਆਂ ਚੀਜ਼ਾਂ ਨੂੰ ਪੜ੍ਹ ਕੇ ਉਹਨੂੰ ਪਸੰਦ ਕਰਦੇ ਆ। ਪਰ ਜੇ ਉਹ ਇਨਾਮ ਦੀ ਤਵੱਕੋ ਇਸ ਕਰਕੇ ਰੱਖਦਾ ਕਿ ਉਹ ਕਿਸੇ ਡੇਰੇ ਦਾ ਮੈਂਬਰ ਨਹੀਂ, ਤਾਂ ਇਨਾਮ ਨਹੀਂ ਮਿਲ ਸਕਦਾ। ਕਿਉਂਕਿ ਉਹਦੀ ਅਪਰੋਚ ਨਹੀਂ ਨਾ ਹੈਗੀ, ਅਪਰੋਚ ਹੈ ਨਹੀਂ ਨਾ। ਉਹ ਕਿਸੇ ਨੂੰ ਦਾਰੂ ਨਹੀਂ ਪਿਆ ਸਕਦਾ। ਮੈਂ ਹੁਣ ਤੁਹਾਨੂੰ ਇੱਕ ਉਦਾਹਰਣ ਦਿੰਦਾ। ਚਲੋ ਸਾਨੂੰ ਵੀ ਪਰਮਾਤਮਾ ਦੀ ਕਿਰਪਾ ਨਾਲ ਮਾੜਾ ਮੋਟਾ ਅਸੀਂ ਲਿਖਿਆ, 10 ਕਿਤਾਬਾਂ ਲਿਖੀਆਂ ਨੇ ਜਿਨ੍ਹਾਂ ਦੇ ਵਿੱਚ 5 ਵਾਰਤਕ ਦੀਆਂ ਪੁਸਤਕਾਂ ਤੇ 5 ਨਾਵਲ ਨੇ ਜੀ। ਤਾਂ ਮੇਰੇ ਜਾਣਕਾਰੀ ਦੇ ਵਿੱਚ ਇੱਕ ਮੈਡਮ ਜਿਹੜੇ ਕਿ ਕਾਲਜ ਦੇ ਪ੍ਰਿੰਸੀਪਲ ਨੇ, ਉਹਨਾਂ ਨੂੰ ਜਦੋਂ ਕਿਤਾਬਾਂ ਮੈਂ ਦਿੰਦਾ ਰਿਹਾ ਉਹ ਪੜ੍ਹਦੇ ਰਹੇ। ਵੈਸੇ ਮੈਂ ਕਿਤਾਬ ਉਹ ਨਹੀਂ ਦਿੰਦਾ ਹੁੰਦਾ ਜਿਹੜਾ ਪੜ੍ਹੇ, ਮੈਂ ਘਰੇ ਰੱਖੀ ਰੱਖਦਾ। ਮੈਂ ਕੋਈ ਗੋਸ਼ਟੀ ਨਹੀਂ ਕਰਦਾ, ਮੈਂ ਕਦੇ ਰਿਲੀਜ਼ ਨਹੀਂ ਕਰਦਾ, ਮੈਂ ਕੁਛ ਨਹੀਂ ਕਰਦਾ। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਕਿਤਾਬ ਕਿਵੇਂ ਲੱਗੀ, ਕਹਿੰਦੇ ਮੈਨੂੰ ਬਹੁਤ ਵਧੀਆ ਲੱਗੀ ਬਲਜੀਤ, ਪਰ ਤੂੰ ਆਹ ਬੰਦੇ ਨੇ, ਉਹਨਾਂ ਨੂੰ ਲੁਧਿਆਣੇ ਦੇ ਕੁਝ ਬੰਦੇ ਗਣਾਏ ਜਿਹੜੇ ਵੱਡੇ ਸਾਹਿਤਕਾਰ ਨੇ, ਉੱਥੇ ਵੀ ਲੁਧਿਆਣੇ ਡੇਰਾ ਹੈ, ਵੀ ਉਹ ਜਿਹੜੇ ਬੰਦੇ ਨੇ ਉਹ ਡੇਰੇ ਵਾਲੇ, ਉਹਨਾਂ ਨੂੰ ਮਿਲੋ। ਤਾਂ ਮੈਂ ਕਿਹਾ ਜੀ ਕਾਹਦੇ ਵਾਸਤੇ? ਉਹ ਕਹਿੰਦੇ ਨਹੀਂ ਤੁਸੀਂ ਉਹਨਾਂ ਨਾਲ ਗੱਲ ਤਾਂ ਕਰੋ। ਕਹਿੰਦੀ ਚਲੋ ਮੈਂ ਗੱਲ ਕਰ ਲੂੰਗੀ। ਉਹਨੇ ਗੱਲ ਕੀਤੀ। ਅੱਗੇ ਉਹ ਡੇਰਾ ਧਾਰਕ ਮੈਨੂੰ ਕਹਿੰਦਾ, ਇਹ ਮੈਡਮ ਨੂੰ ਕਹਿੰਦਾ, ਉਹਨੂੰ ਕਹਿੰਦਾ ਉਹ ਕਦੇ ਮਿਲਦਾ ਤਾਂ ਹੈ ਨਹੀਂ ਆ ਕੇ। ਮਿਲਣ ਦਾ ਮਤਲਬ ਕੀ ਆ ਕਿ ਪਹਿਲਾਂ ਮੈਂ ਬਾਜ਼ਾਰ ਚੋਂ ਮਹਿੰਗੀ ਸ਼ਰਾਬ ਲਵਾਂ, ਫਿਰ ਮੈਂ ਉਹਨੂੰ ਕਿਤੇ ਬੁਲਾਵਾਂ, ਫਿਰ ਮੈਂ ਉਹਨੂੰ ਡਿਨਰ ਕਰਾਵਾਂ, ਫਿਰ ਆਪਣੀ ਜਾਣ ਪਛਾਣ, ਮੈਨੂੰ ਕਾਲੇ ਕੁੱਤੇ ਨੇ ਵੱਢਿਆ, ਮੈਂ ਇਸ ਪੰਗੇ 'ਚ ਪੈ ਜਾ। ਮੈਂ ਜਿਵੇਂ ਬੈਠਾ ਘਰੇ ਠੀਕ ਨਹੀਂਗਾ। ਠੀਕ ਹੈ, ਕਿਉਂਕਿ ਮੈਂ ਤੇ ਕਿਤਾਬ ਹੀ ਉਹਨੂੰ ਦਿਨਾ ਜਿਹਨੂੰ ਸੱਚੀ ਦੇ ਵਿੱਚ ਪੜਨ ਦੀ ਲਾਲਸਾ ਹੋਵੇ। ਸੋ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਆ ਕੇ ਤੁਸੀਂ ਗੱਲਬਾਤ ਕੀਤੀ, ਬਹੁਤ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ। ਕੱਲ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਅੱਗੇ ਨਵੇਂ ਮੁੱਦੇ ਲੈ ਕੇ ਜੋ ਕਿ ਅਖਬਾਰ ਦੀਆਂ ਸੁਰਖੀਆਂ ਹੁੰਦੇ ਨੇ। ਤਦ ਤੱਕ ਤੁਸੀਂ ਕਿਤੇ ਨਹੀਂ ਜਾਣਾ, ਜੁੜੇ ਰਹਿਣਾ HSN TV ਦੇ ਨਾਲ। ਤੇ ਫਿਲਹਾਲ ਮੈਨੂੰ ਸ਼ੀਤਲ ਠਾਕੁਰ ਨੂੰ ਤੇ ਸਰ ਬਲਜੀਤ ਸਿੰਘ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸ਼ੁਕਰੀਆ।